ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹਰਬੰਸ ਸਿੰਘ ਜੀ ਨਾਲ ਨੇ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਚੜ੍ਹਦੀ ਕਲਾ, ਬਾਬੇ ਦੀ ਕਿਰਪਾ। ਟਾਣਾ ਸਾਹਿਬ, ਮੌਸਮ ਕਿਵੇਂ ਆ? ਮੌਸਮ ਅੱਜ ਸਵੇਰ ਦੇ ਵੇਲੇ ਜਦੋਂ ਇਹਨਾਂ ਖਬਰਾਂ ਦੀ, ਇਹਨਾਂ ਗੱਲਾਂ ਦੀ ਸਾਂਝ ਪਾ ਰਹੇ ਹਾਂ ਤਾਂ ਬਾਹਰ ਤੱਤਾ, ਬਾਹਰ ਧੁੱਪ ਨਿਕਲੀ ਵੀ ਆ ਤੇ ਮੌਸਮ ਵਿਭਾਗ ਕਹਿੰਦਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਰਿਮ-ਜਿਮ ਬਾਰਿਸ਼ ਪੜਨੀ ਆ, ਪਰ ਇਦਾਂ ਦੀ ਗੱਲ ਲੱਗਦੀ ਨਹੀਂ। ਕੱਲ ਵੀ ਜਲੰਧਰ ਦੇ ਵਿੱਚ ਤੇ ਆਲੇ ਦੁਆਲੇ ਦੇ ਖੇਤਰਾਂ 'ਚ ਬੜੀ ਗਰਮੀ ਸੀ, ਅੱਜ ਵੀ ਗਰਮੀ ਖਾਸੀ ਆ ਤੇ ਪਤਾ ਨਹੀਂ ਵੀ ਜੋ ਉਹਨਾਂ ਨੇ ਕਿਹਾ ਵੀ ਸਹੀ ਹੋਣਾ ਕਿ ਨਹੀਂ। ਜੀ, ਮੌਸਮ ਕੱਲਾ ਤੱਤਾ ਨਹੀਂ, ਬਹੁਤ ਤੱਤਾ ਹੈ। ਹਾਂ, ਸਾਹ ਨਹੀਂ ਆਉਂਦਾ ਬਾਹਰ। ਹਿਊਮਿਡਿਟੀ ਬਹੁਤ ਜ਼ਿਆਦਾ, ਓ ਮਾਈ ਗॉड, ਹੁਮਸ ਬਹੁਤ ਜ਼ਿਆਦਾ, ਜਿਹਨੂੰ ਆਪਾਂ ਤਾਜ਼ਾ ਕਹਿੰਦੇ ਵੀ ਧਰਤੀ ਦੀ ਭੜਾਸ ਜੀ ਇਹ ਨਾ ਵਿਚਲਿਤ ਕਰ ਰਹੀ ਹੈ, ਪਰੇਸ਼ਾਨ ਕਰ ਰਹੀ ਹੈ। ਜੀ ਬਿਲਕੁਲ। ਤੇ ਟਾਣਾ ਸਾਹਿਬ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਠੀਕ ਆ, ਹਰ ਰੋਜ਼ ਦੀ ਤਰ੍ਹਾਂ ਜੀ। ਤੇ ਆਪਾਂ ਚਾਹ ਦੇ ਵਿਚਾਰ ਦੀ ਸਾਂਝ ਪਾਈਏ। ਤੁਸੀਂ ਪਾਓ ਅੱਜ ਪਹਿਲ, ਤੁਹਾਨੂੰ ਬੀਬੀਆਂ ਨੂੰ ਪਹਿਲ। ਟਾਣਾ ਸਾਹਿਬ, ਲਿਸ ਬ੍ਰਾਊਨ ਨੇ ਲਿਖਿਆ। ਇਹ ਕੌਣ ਸਾਹਿਬ ਨੇ? ਇਹ ਅਮਰੀਕਾ ਦੇ ਇੱਕ ਮੋਟੀਵੇਸ਼ਨਲ ਸਪੀਕਰ ਨੇ। ਅੱਛਾ। ਉਹਨਾਂ ਨੇ ਲਿਖਿਆ ਕਿ ਮੈਂ ਕਿਤੇ ਲਿਖਿਆ ਹੋਇਆ ਪੜਿਆ, ਮਤਲਬ ਉਹਨਾਂ ਦੁਆਰਾ ਲਿਖਿਆ ਹੋਇਆ, ਕਿਤੇ ਲਿਖਿਆ ਮੈਂ ਪੜਿਆ ਕਿ ਜ਼ਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ, ਕੋਈ ਹੱਦ ਨਹੀਂ ਹੁੰਦੀ ਸਿਵਾਏ ਉਹਨਾਂ ਦੇ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ। ਬਹੁਤ ਖੂਬ, ਕੀ ਬਾਤ। ਸਹੀ ਹੈ ਨਾ? ਜ਼ਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ, ਜੀ। ਇਹ ਆਪੇ ਹੀ ਆਪਾਂ ਹੱਦਾਂ ਤੇ ਸਰਹੱਦਾਂ ਖੜੀਆਂ ਕਰ ਲੈਨੇ ਆ। ਜੀ, ਤੇ ਇਹ ਆਪ ਖੜੀਆਂ ਕਰਨੀਆਂ ਵੀ ਚਾਹੀਦੀਆਂ ਨੇ। ਹਰ ਇੱਕ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਕਦੇ ਵੀ ਹੱਦੋਂ ਵੱਧ ਕੋਈ ਵੀ ਚੀਜ਼ ਜਿਹੜੀ ਹੋਵੇ ਉਹ ਕਹਿੰਦੇ ਹੁੰਦੇ ਮਾੜੀ ਹੁੰਦੀ ਹੈ, ਹਨਾ? ਅਸੀਂ ਆਪਣੀਆਂ ਲਿਮਿਟੇਸ਼ਨਸ, ਆਪਣੇ ਆਲੇ ਦੁਆਲੇ ਬਾਉਂਡਰੀਜ਼ ਜਿਹਨੂੰ ਕਹਿੰਦੇ ਆ, ਉਹ ਆਪ ਖੜੀਆਂ ਕਰਦੇ ਆ ਕਿ ਮੈਂ ਇਸ ਤੋਂ ਜ਼ਿਆਦਾ ਆਹ ਕੰਮ ਨਹੀਂ ਕਰ ਸਕਦਾ, ਇਸ ਤੋਂ ਜ਼ਿਆਦਾ ਮੈਂ ਇਸ ਕੰਮ 'ਚ ਅੱਗੇ ਨਹੀਂ ਹੋ ਸਕਦਾ, ਜਾਂ ਇਸ ਤੋਂ ਜ਼ਿਆਦਾ ਮੈਂ ਗਿਰ ਨਹੀਂ ਸਕਦਾ। ਸੋਚ ਪੱਖੋਂ, ਉਮੀਦਾਂ ਪੱਖੋਂ। ਨਹੀਂ, ਆਪਾਂ ਕਿਹੜੇ ਪਾਸੇ ਆ ਵੀ ਹੱਦਾਂ ਕਰਨੀਆਂ ਚਾਹੀਦੀਆਂ ਖੜੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ? ਤੁਹਾਡੀਆਂ ਅੱਧੀਆਂ ਗੱਲਾਂ ਹੈਗੀਆਂ ਵੀ ਹੱਦਾਂ ਖੜੀਆਂ ਕਰ ਲੋ, ਅੱਧੀਆਂ ਹੈਗੀਆਂ ਵੀ ਕਾਹਤੋਂ ਕਰ ਲੋ। ਤੁਹਾਨੂੰ ਸਮਝ ਨਹੀਂ ਆਈ ਮੇਰੀ ਗੱਲ? ਕਹਿੰਦੇ ਜ਼ਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ ਹਰ ਚੀਜ਼ ਦੀ। ਹੱਦਬੰਦੀ ਤਾਂ ਜ਼ਮੀਨਾਂ ਦੀ ਵੀ ਹੁੰਦੀ ਆ, ਦੇਸ਼ਾਂ ਦੀ ਵੀ ਹੁੰਦੀ ਆ ਤੇ ਜ਼ਮੀਰਾਂ ਦੇ ਵਿੱਚ ਵੀ ਹੋਣੀ ਚਾਹੀਦੀ ਆ। ਮਤਲਬ ਇਹ ਆ ਵੀ ਮੈਂ ਕਿਸੇ ਦੇ ਬਾਰੇ ਇੰਨਾ ਮਾੜਾ ਨਹੀਂ ਕਰਨਾ ਜੀ, ਪਰ ਇਹਦੇ ਵਿੱਚ ਨਹੀਂ ਹੱਦ ਹੋਣੀ ਚਾਹੀਦੀ ਵੀ ਮੈਂ ਤਾਂ ਕਾਮਯਾਬੀ ਦੇ ਸਿਖਰ ਦੇ ਉੱਤੇ ਜਾਣਾ ਤੇ ਬੰਦਾ ਕਹੇ ਨਾ ਆਪਣੀ ਤਾਂ ਹੱਦ ਵੀ ਇੱਥੋਂ ਤੱਕ ਹੀ ਆ। ਨਹੀਂ ਟਾਣਾ ਸਾਹਿਬ, ਸਮਝਣ ਵਾਲੇ ਸਭ ਸਮਝਦੇ ਨੇ ਕਿ ਮਾੜੇ ਕੰਮਾਂ 'ਚ ਤੇ ਸਪਸ਼ਟ ਹੋਣੀ ਚਾਹੀਦੀ ਆ, ਜਿਹਨੂੰ ਇੰਗਲਿਸ਼ ਦੇ ਵਿੱਚ ਕਲੀਅਰ ਕਹਿੰਦੇ ਆ। ਹਾਂਜੀ, ਮਾੜੇ ਕੰਮਾਂ ਦੇ ਵਿੱਚ ਕਦੇ ਵੀ ਐ ਨਹੀਂ ਹੋਣਾ ਚਾਹੀਦਾ ਵੀ ਇਹਦੀ ਕਿਹੜਾ ਕੋਈ ਹੱਦ, ਆਪਾਂ ਵੀ ਕਰ ਲੈਂਦੇ, ਆ ਵੀ ਕਰ ਲੈਂਦੇ, ਆ ਵੀ ਕਰ ਲੈਂਦੇ। ਉੱਥੇ ਹੱਦਾਂ ਬਣਾਉਣੀਆਂ ਪੈਂਦੀਆਂ ਨੇ। ਆਪਣੀ ਸੋਚ ਨੂੰ ਹੋਰ ਜ਼ਿਆਦਾ ਵਧੀਆ ਕਰਨ ਦੇ ਲਈ ਇਹ ਹੱਦਾਂ ਬਣਾਉਣੀਆਂ ਪੈਂਦੀਆਂ ਨੇ। ਸੋ ਇਸ ਲਈ ਕਾਮਯਾਬੀ ਦੀ ਕੋਈ ਹੱਦ ਨਹੀਂ, ਮਿਹਨਤ ਦੀ ਕੋਈ ਹੱਦ ਨਹੀਂ, ਉਚਾਈ ਤੇ ਪਹੁੰਚਣ ਦੀ ਕੋਈ ਹੱਦ ਨਹੀਂ, ਪਰ ਡਿੱਗਣ ਦੀ ਹੱਦ ਜ਼ਰੂਰ ਹੁੰਦੀ ਹੈ। ਬਿਲਕੁਲ। ਤੇ ਜਿਹੜੀ ਤੁਸੀਂ ਗੱਲ ਪੇਸ਼ ਕੀਤੀ ਹੈ ਇਹ ਵੀ ਹੱਦ ਹੀ ਕਰਤੀ। ਕੀ ਬਾਤ, ਕਮਾਲ ਕਰਤੀ ਆਈ ਤੁਸੀਂ। ਇਹ ਅੱਛੇ ਵਾਲੇ ਪਾਸੇ ਸੀ, ਮਾੜੇ ਵਾਲੇ। ਇਹ ਵੀ ਹੁਣ ਤੁਸੀਂ ਲਿਸ ਬ੍ਰਾਊਨ ਨੂੰ ਪੁੱਛਿਓ। ਠੀਕ ਆ, ਦੇਖੋ ਜਿਹੜਾ ਮੇਰਾ ਚੱਜ ਦਾ ਵਿਚਾਰ ਆ ਨਾ, ਉਹ ਇਹ ਆ, ਤਿੜਕੇ ਹੋਏ ਸ਼ੀਸ਼ੇ ਜੀ, ਉਲਝੀ ਹੋਈ ਡੋਰ ਤੇ ਟੁੱਟੇ ਹੋਏ ਰਿਸ਼ਤੇ ਕੀ ਬਾਤ ਦੁਬਾਰਾ ਕੰਮ ਨਹੀਂ ਆਉਂਦੇ। ਹਾਂ, ਜੇ ਕਿਤੇ ਕੰਮ ਆਉਣ ਦੀ ਗੱਲ ਚੱਲ ਵੀ ਪਵੇ ਤਾਂ ਪਹਿਲਾਂ ਵਾਲੀ ਗੱਲ ਨਹੀਂ ਬਣਦੀ। ਜੀ ਜੀ ਜੀ। ਹੁਣ ਦੇਖੋ ਜਿਹੜੀ ਡੋਰ ਉਲਝੀ ਗਈ ਆ, ਧਾਗੇ 'ਚ ਧਾਗਾ, ਧਾਗੇ 'ਚ ਧਾਗਾ, ਧਾਗੇ 'ਚ ਧਾਗਾ ਫਸ ਗਿਆ, ਉਹਨੂੰ ਤੁਸੀਂ ਕਿਵੇਂ ਕਰੋਗੇ? ਕੱਟ ਕੇ ਜੇਕਰ ਤੁਸੀਂ ਉਲਝਣ ਤੇ ਬਾਅਦ ਦੇ ਵਿੱਚ ਗੰਢ ਮਾਰੋਗੇ ਤਾਂ ਫਿਰ ਉਹ ਗੰਢ ਰੜਕਦੀ ਰਹਿਣੀ ਐ ਕਰਕੇ ਸਾਰੀ ਉਮਰ। ਉਹ ਗੰਢਾ ਜਿਹੜੇ ਤਿੜਕੇ ਹੋਏ ਸ਼ੀਸ਼ੇ ਉਹਦੇ ਵਿੱਚ 2-2 3-3 ਮੂੰਹ ਦਿਸਣ ਲੱਗ ਜਾਂਦੇ ਆ, ਉਹ ਪਹਿਲਾਂ ਵਾਲੀ ਗੱਲ ਨਹੀਂ ਬਣਦੀ। ਨਾਲੇ ਵੈਸੇ ਵੀ ਸਿਆਣੇ ਕਹਿੰਦੇ ਤਿੜਕਿਆ ਸ਼ੀਸ਼ਾ ਘਰੇ ਰੱਖਣਾ ਨਹੀਂ ਚਾਹੀਦਾ, ਮਾੜਾ ਹੁੰਦਾ। ਹਾਂ, ਇਹ ਵੀ ਗੱਲ ਮੰਨ ਲਈ, ਪਰ ਜਿਹੜੇ ਟੁੱਟੇ ਹੋਏ ਰਿਸ਼ਤੇ ਆ ਨਾ, ਪਹਿਲੀ ਗੱਲ ਤਾਂ ਟੁੱਟਣੀ ਨਾ, ਤੇ ਜੇ ਟੁੱਟ ਗਏ ਤਾਂ ਫਿਰ ਉਹ ਜੁੜਦੇ ਨਹੀਂ, ਪਹਿਲਾਂ ਵਾਲੀ ਗੱਲ ਨਹੀਂ ਬਣਦੀ। ਮਜਬੂਰੀ ਦੇ ਵਿੱਚ ਭਾਵੇਂ ਵਰਤੀ ਜਾਓ, ਪਰ ਮਨ ਦੇ ਵਿੱਚ ਆਉਂਦਾ ਵੀ ਇੱਕ ਵਾਰੀ ਇਹਨੇ ਐ ਕੀਤਾ ਸੀ, ਉਹਦੇ ਮਨ 'ਚ ਵੀ ਆਉਂਦਾ ਹੋਊਗਾ ਵੀ ਇਹ ਕਿਹੜਾ ਬਾਹਲਾ ਚੰਗਾ। ਹਰ ਬੰਦੇ ਨੂੰ ਇਹ ਭੁਲੇਖਾ ਹੁੰਦਾ ਵੀ ਮੈਂ ਹੀ ਚੰਗਾ। ਇਸ ਕਰਕੇ ਭਾਈ ਠੀਕ ਆ, ਆਪਾਂ ਤਿੜਕਣ ਤੋਂ ਪਹਿਲਾਂ ਹੀ, ਬਿਲਕੁਲ ਟੁੱਟਣ ਤੋਂ ਪਹਿਲਾਂ ਹੀ ਜੋ ਕੁਝ ਠੀਕ ਹੋ ਸਕਦਾ ਕਰ ਲੋ, ਬਾਅਦ ਦੇ ਵਿੱਚ ਤਾਂ ਗੱਲਾਂ ਹੀ ਆ। ਹਾਂ, ਬਾਅਦ ਦੇ ਵਿੱਚ ਤਾਂ ਸਿਰਫ ਯਾਦਾਂ ਹੀ ਨੇ, ਬਾਅਦ 'ਚ ਸਿਰਫ ਗੱਲਾਂ ਹੀ ਨੇ। ਇਸ ਲਈ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ, ਪਹਿਲਾਂ ਤਾਂ ਬੰਦੇ ਨੂੰ ਨਾ ਥੋੜਾ ਜਿਹਾ ਝੁਕਣਾ ਵੀ ਆਉਣਾ ਚਾਹੀਦਾ। ਅਸੀਂ ਆਕੜ ਕੇ ਹਰ ਪਾਸੇ ਨਹੀਂ ਰਹਿ ਸਕਦੇ, ਹਨਾ? ਆਪਾਂ ਥੋੜਾ ਜਿਹਾ ਝੁਕਣਾ ਸਿੱਖੀਏ, ਥੋੜਾ ਜਿਹਾ ਝੁਕਾ ਲਈਏ। ਇਹਦੇ ਨਾਲ ਜ਼ਿੰਦਗੀ ਹਮੇਸ਼ਾ ਸਹੀ ਲੈਅ ਦੇ ਉੱਪਰ ਤੁਰਦੀ ਹੈ, ਸਹੀ ਲੀਹ ਦੇ ਉੱਪਰ ਤੁਰਦੀ ਹੈ। ਇਹ ਜੇਕਰ ਅਸੀਂ ਇਹ ਕਹੀਏ ਵੀ ਮੈਂ ਨਾ ਝੁਕਾਂ, ਅਗਲਾ ਹੀ ਝੁਕਦਾ ਰਵੇ, ਤੇ ਇਹ ਕਦੇ ਵੀ ਜਿਹੜੀ ਇਹ ਗੱਲ ਆ ਨਾ, ਉਹ ਤੁਹਾਨੂੰ ਕਿਸੇ ਪਾਰ ਕੱਢਣੇ ਨਹੀਂ ਲਾਉਂਦੀ। ਬਿਲਕੁਲ ਸਹੀ, ਸ਼ੁਕਰੀਆ। ਟਾਣਾ ਸਾਹਿਬ, ਪਿਛਲੇ ਦਿਨੀ ਪਟਵਾਰੀ ਦੀ ਪ੍ਰੀਖਿਆ ਹੋਈ। ਬਿਲਕੁਲ ਜੀ, ਪਟਵਾਰੀਆਂ ਬਾਰੇ ਤਾਂ ਬੜੀਆਂ ਮਸ਼ਹੂਰ ਗੱਲਾਂ ਜੀ। ਤੂੰ ਕਾਹਦਾ ਪਟਵਾਰੀ, ਵੀ ਮੁੰਡਾ ਤੇਰਾ ਰੋਵੇ ਅੰਬ ਨੂੰ। ਹਾਏ 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 ਹਾਏ,
ਬਹੁਤ ਕਮਾਲ ਦੀਆਂ ਗੱਲਾਂ ਜੀ। ਵੈਸੇ ਵੀ ਉਹ ਘੁੱਗੀ ਹੋਰਾਂ ਦਾ ਇੱਕ ਬਹੁਤ ਮਸ਼ਹੂਰ ਸੰਵਾਦ ਸੀ ਨਾ ਕਿ ਅਸੀਂ ਪਟਵਾਰੀ ਹੁੰਨੇ ਆ, ਸਾਡੇ ਇਲਾਕੇ 'ਚ ਚਿੜੀ ਚੂੰ ਨਹੀਂ ਕਰ ਸਕਦੀ ਤੇ ਘੁੱਗੀ ਘੂ ਨਹੀਂ ਕਰ ਸਕਦੀ ਜੀ। ਸੋ ਪਟਵਾਰੀਆਂ ਤੋਂ ਤਾਂ ਵੈਸੇ ਵੀ ਕਹਿੰਦੇ ਡਰ ਕੇ ਰਹਿਣਾ ਚਾਹੀਦਾ। ਦੇਖੋ ਪਟਵਾਰੀ ਹੋਣ ਜਾਂ ਹੋਰ ਕੰਮਕਾਜੀ ਲੋਕ ਹੋਣ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਪਟਵਾਰੀਆਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜਦੀਆਂ, ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਪਟਵਾਰੀ ਗਲਤ ਕੰਮ ਕਰਦੇ ਹੋਣੇ ਆ, ਸਾਰੇ ਪਟਵਾਰੀ ਰਿਸ਼ਵਤਖੋਰ ਹੋਣਗੇ। ਬਹੁਤ ਸਾਰੇ ਪਟਵਾਰੀ ਇਮਾਨਦਾਰ ਵੀ ਹੈਗੇ ਆ। ਬਿਲਕੁਲ ਸਹੀ ਗੱਲ ਹੈ। ਭਾਵੇਂ ਪੱਤਰਕਾਰੀ ਦੀ ਗੱਲ ਕਰੀਏ, ਭਾਵੇਂ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ, ਸਾਰੇ ਖੇਤਰਾਂ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਹੁੰਦੇ ਆ। ਬਿਲਕੁਲ ਸੱਚ। ਪਰ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਇਸ ਵਾਰ ਇਹ ਪਟਵਾਰੀ ਦੀ ਪ੍ਰੀਖਿਆ ਦੇ ਕੇ ਆਪਣੀ ਕਿਸਮਤ ਅਜ਼ਮਾਈ ਹੈ। ਜਿਨ੍ਹਾਂ ਨੇ ਕਿਸਮਤ ਅਜ਼ਮਾਈ ਕੀਤੀ ਹੈ ਉਹਨਾਂ ਨੂੰ ਸਫਲਤਾ ਮਿਲੇ, ਇਹਦੀ ਤਾਂ ਅਸੀਂ ਕਾਮਨਾ ਕਰਦੇ ਹਾਂ। ਪਰ ਪੰਜਾਬ ਦੇ ਵਿੱਚ ਘਰ ਘਰ ਰੁਜ਼ਗਾਰ ਦੀ ਸਥਿਤੀ ਕੀ ਹੈ, ਇਹਦਾ ਇੱਕ ਬਹੁਤ ਵੱਡਾ ਪ੍ਰਮਾਣ ਮਿਲਿਆ। ਇਹ ਮੇਰਾ ਖਿਆਲ ਵੀ 1150 ਪੋਸਟਾਂ ਸੀਗੀਆਂ ਅਸਾਮੀਆਂ, ਉਹਦੇ ਲਈ 2,34,000 ਮੁੰਡੇ ਕੁੜੀਆਂ ਨੇ ਅਪਲਾਈ ਕੀਤਾ, ਫਾਰਮ ਭਰੇ ਆ। ਇੱਕ ਫਾਰਮ ਦੀ ਫੀਸ ਆ ਜਿਹੜੀ ਜਨਰਲ ਕੈਟਾਗਰੀ ਵਾਸਤੇ ਉਹ ਹੈਗੀ ਜੀ 1000 ਰੁਪਏ ਦੇ ਕਰੀਬ। ਜਿਹੜੀ ਬਾਕੀ ਆ ਉਹਨਾਂ ਦੇ ਲਈ 250 ਤੋਂ ਲੈ ਕੇ 300 ਰੁਪਇਆ ਸੀਗੀ। ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਕਰੋੜਾਂ ਰੁਪਇਆ, ਲਗਭਗ 12 ਕਰੋੜ ਰੁਪਇਆ ਸੂਬੇ ਦੀ ਸਰਕਾਰ ਨੂੰ ਮਿਲ ਗਿਆ ਸਿਰਫ ਪੇਪਰ ਦੇਣ ਦੇ ਵੇਲੇ, ਫਾਰਮ ਭਰਨ ਦੇ ਵੇਲੇ। ਤੇ ਇਹ ਵੀ ਪਤਾ ਲੱਗਾ ਜੀ, ਕਮਾਲ ਦੀ ਗੱਲ ਹੈ ਵੀ ਹੁਣ ਤੱਕ ਤਾਂ ਇਹ ਗੱਲ ਕਹੀ ਜਾਂਦੀ ਸੀ ਵੀ ਕੁੜੀਆਂ ਇਸ ਖੇਤਰ ਦੇ ਵਿੱਚ ਨਹੀਂ ਆਉਂਦੀਆਂ, ਕਿਉਂਕਿ ਲੋਕਾਂ ਦੀਆਂ ਜਾ ਕੇ ਜ਼ਮੀਨਾਂ ਮਿਲਣੀਆਂ, ਜਾ ਕੇ ਗਿਰਦੌਰੀਆਂ ਕਰਨੀਆਂ, ਜਾ ਕੇ ਮੌਕੇ ਦੇ ਉੱਤੇ ਹਾਲਾਤ ਵੇਖਣੇ, ਕਈ ਵਾਰ ਕਈ ਤਰੀਕੇ ਦੀਆਂ ਗੱਲਾਂ ਬਾਤਾਂ ਹੁੰਦੀਆਂ, ਤਕਸੀਮ ਕਰਨੀ ਕਿਸੇ ਦੀ ਜਾਂ ਹੋਰ ਕੰਮਕਾਜੀ ਗੱਲਾਂ ਹੁੰਦੀਆਂ। ਪਰ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਇੰਤਹਾ ਕਿਹੋ ਜਿਹੀ ਹੈ, ਤੇ ਦੂਜਾ ਪੱਖ ਇਹ ਵੀ ਕੁੜੀਆਂ ਵੀ ਮੁੰਡਿਆਂ ਵਾਲੇ ਕੰਮ ਕਰ ਰਹੀਆਂ ਅੱਜ ਕੱਲ, ਤੇ ਬਰਾਬਰਤਾ ਦੀ ਗੱਲ ਆ। 1 ਲੱਖ ਤੋਂ ਵੱਧ ਕੁੜੀਆਂ ਨੇ ਫਾਰਮ ਭਰਿਆ ਇਹ ਜੀ। ਪਰ ਇਹਦੇ ਵਿੱਚ ਇੱਕ ਹੋਰ ਜਿਹੜਾ ਇਹਦਾ ਪੱਖ ਸਾਹਮਣੇ ਆਇਆ ਟਾਣਾ ਸਾਹਿਬ, ਉਹ ਸਮਝ ਤੋਂ ਬਾਹਰ ਦੀ ਗੱਲ ਸੀ। ਪਹਿਲੀ ਚੀਜ਼ ਤਾਂ ਇਹ ਕਿ ਉਸ ਦਿਨ ਇੱਕ ਬੱਸ ਵੀ ਦੁਰਘਟਨਾਗ੍ਰਸਤ ਹੋਈ, ਆਪਾਂ ਸਾਰੇ ਜਾਣਦੇ ਹਾਂ, ਤੇ ਇਹਦੇ ਨਾਲ ਬਹੁਤ ਜ਼ਿਆਦਾ ਚਿੰਤਾ ਵੱਧ ਗਈ ਸੀ, ਹੈ ਨਾ। ਚਲੋ ਸਾਰੇ ਸਹੀ ਸਲਾਮਤ ਹੋਣ, ਪਰ ਇਹ ਸਮਝ ਨਹੀਂ ਆਇਆ ਕਿ ਜਿਹੜੇ ਸੈਂਟਰ ਬਣਾਏ ਗਏ, ਜਿਹੜੇ ਪੇਪਰ ਦੇਣ ਦੇ ਲਈ ਸੈਂਟਰ ਬਣਾਏ ਗਏ, ਉਹ ਇੰਨੀ ਦੂਰ ਕਿਉਂ ਬਣਾਏ ਗਏ। ਮਤਲਬ ਜੇ ਕੋਈ ਇੱਧਰਲੇ ਪਾਸੇ ਰਹਿੰਦਾ ਉਹਦਾ ਸੈਂਟਰ ਉਧਰਲੇ ਬੰਨੇ ਸੀ, ਜੇ ਕੋਈ ਉਧਰ ਰਹਿੰਦਾ ਤਾਂ ਉਹਦਾ ਸੈਂਟਰ ਇੱਧਰਲੇ ਬੰਨੇ ਸੀ, ਜਿਹਦੇ ਕਰਕੇ ਬਹੁਤ ਸਾਰੇ ਬੱਚੇ ਪੇਪਰ ਦੇਣ ਤੋਂ ਵੀ ਰਹਿ ਗਏ, ਕਿਉਂਕਿ ਇੰਨੀ ਦੂਰੀ ਦਾ ਸਫ਼ਰ ਨਹੀਂ ਹੋਇਆ। ਜਿਹਨੇ ਫਰੀਦਕੋਟੋਂ ਚੱਲ ਕੇ ਤੇ ਚੰਡੀਗੜ੍ਹ ਜਾਣਾ, ਉਹ ਵੇਲੇ ਸਿਰ ਨਹੀਂ ਪਹੁੰਚ ਸਕੇ। ਕਈ ਤਰ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ, ਕਈ ਪਰੇਸ਼ਾਨੀਆਂ ਹੁੰਦੀਆਂ। ਵੈਸੇ ਚੰਡੀਗੜ੍ਹ ਤੱਕ ਹੋਰ ਵੀ ਵਿਵਾਦ ਪੈਦਾ ਹੋ ਗਿਆ, ਉੱਥੇ ਇੱਕ ਕਾਰ ਲਾਉਣ ਦੇ ਲਈ ਕਹਿ ਦਿੱਤਾ ਗਿਆ, ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਆ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਦੇ ਵਿੱਚ। ਉਹ ਇਸ ਮਾਮਲੇ ਦੀ ਹੁਣ ਪੜਤਾਲ ਕਰ ਰਹੀ ਆ। ਔਰ ਇਸ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹੜੀ ਆਨਸਰ ਕੀ ਹੁੰਦੀ ਹੈ, ਜਿਹੜੇ ਬਾਅਦ ਚ ਜਵਾਬ ਜਿਹੜੇ ਆ ਉਹ ਵੈਬਸਾਈਟ ਦੇ ਉੱਪਰ ਪਾ ਦਿੱਤੇ ਜਾਂਦੇ ਆ, ਤਾਂ ਜੋ ਜੀ ਪ੍ਰੀਖਿਆਰਥੀ ਨੂੰ ਪਤਾ ਲੱਗ ਸਕੇ ਵੀ ਕਿੰਨੇ ਕ ਜਵਾਬ ਉਹਨੇ ਸਹੀ ਦਿੱਤੇ ਨੇ। ਉਹ ਉੱਤਰ ਪੱਤਰੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਪਾਈਆਂ ਗਈਆਂ ਨੇ, ਜਿਹਦੇ ਕਰਕੇ ਬੱਚੇ ਜਿਹੜੇ ਨੇ ਉਹ ਖੱਜਲ ਹੋ ਰਹੇ ਨੇ, ਕਿਉਂਕਿ ਆਪਣੇ ਵੱਲੋਂ ਉਹਨਾਂ ਨੇ ਹੁਣ ਜਵਾਬ ਸਹੀ ਦਿੱਤਾ, ਪਰ ਉੱਤਰ ਪੱਤਰੀ ਜਿਹੜੀ ਆ ਉਹ ਕਹਿੰਦੀ ਹੈ ਕਿ ਇਹ ਜਵਾਬ ਤੁਹਾਡਾ ਗਲਤ ਆ, ਜਿਹਦੇ ਕਰਕੇ ਬਹੁਤ ਸਾਰੇ ਬੱਚਿਆਂ ਦੇ ਨੰਬਰ ਘੱਟ ਵੱਧ ਹੋ ਸਕਦੇ ਨੇ। ਔਰ ਉਹਦੇ ਵਿੱਚ ਇੱਕ ਸ਼ਰਤ ਜਿਹੜੀ ਹੋਰ ਰੱਖੀ ਗਈ, ਜਿਹੜੀ ਮੈਨੂੰ ਪਤਾ ਲੱਗਿਆ, ਉਹ ਇਹ ਹੈ ਕਿ ਜੇਕਰ ਤੁਸੀਂ ਕਿਸੇ ਉੱਤਰ ਦੇ ਵਿੱਚ ਸੋਧ ਕਰਾਉਣੀ ਆ ਤਾਂ 500 ਰੁਪਇਆ ਉਹਦੇ ਲਈ ਤੁਹਾਨੂੰ ਦੇਣਾ ਪਊਗਾ। ਤੇ ਇਸ ਹਿਸਾਬ ਦੇ ਨਾਲ ਬੱਚੇ ਜਿਹੜੇ ਆ ਉਹ ਕਿਵੇਂ ਸਹੀ ਤਰੀਕੇ ਨਾਲ ਪਾਸ ਹੋਣਗੇ? ਮੈਂ ਤਾਂ ਹੈਰਾਨ ਆ ਤੁਹਾਡੀ ਗੱਲ ਸੁਣ ਕੇ। ਮੈਂ ਆਪ ਹੈਰਾਨ ਆ ਟਾਣਾ ਸਾਹਿਬ। ਜੇਕਰ ਇਹ ਗੱਲ ਸਹੀ ਆ ਜਿਵੇਂ ਕਿ ਤੁਸੀਂ ਦੱਸੀ ਆ ਜਾਂ ਜਿਹਨੇ ਤੁਹਾਨੂੰ ਦੱਸੀ ਆ, ਤਾਂ ਫਿਰ ਤਾਂ ਬੜੀ ਅਚੰਭੇ ਵਾਲੀ ਗੱਲ ਹੈ। ਤਾਂ ਸਿੱਧਾ ਹੀ ਮੁੰਡੇ ਕੁੜੀਆਂ ਦੀਆਂ ਜੇਬਾਂ ਤੇ ਡਾਕਾ ਮਾਰਨ ਵਾਲੀ ਗੱਲ ਹੈ। ਬਿਲਕੁਲ। ਦੇਖੋ ਨਾ ਵੀ ਬੱਚਾ ਕਿਵੇਂ ਅੱਗੇ ਆਊਗਾ, ਕਿਵੇਂ ਮਿਹਨਤ ਦੇ ਨਾਲ ਪ੍ਰੀਖਿਆ ਦੇ ਕੇ ਅੱਗੇ ਆਊਗਾ, ਫਿਰ ਮੁੜ ਕੇ ਸਿਫਾਰਿਸ਼ਾਂ ਹੀ ਪਵਾਉਣਗੇ ਨਾ। ਫਿਰ ਤੁਸੀਂ ਕਹਿੰਦੇ ਹੋ ਕਿ ਸਿਫਾਰਿਸ਼ ਚੱਲਦੀ, ਭ੍ਰਿਸ਼ਟਾਚਾਰ ਹੁੰਦਾ, ਉਹਨੂੰ ਅਸੀਂ ਖਤਮ ਕਰਾਂਗੇ। ਤੇ ਜੇ ਇਸ ਤਰੀਕੇ ਦੇ ਨਾਲ ਅੱਗੇ ਵਧੋਗੇ ਤੇ ਇਮਾਨਦਾਰੀ ਨਾਲ ਪਾਸ ਕਿਹੜਾ ਹੋਊਗਾ? ਮੈਂ ਤੁਹਾਨੂੰ ਦੱਸਦਾ ਵੀ ਬੇਰੁਜ਼ਗਾਰੀ ਦਾ ਸਿਖਰ ਕਿਵੇਂ ਆ ਜੀ। ਪਿਛਲੇ ਦਿਨੀ ਮੈਨੂੰ ਇੱਕ ਬੰਦੇ ਦਾ ਫੋਨ ਆਇਆ, ਮੈਂ ਉਹਨੂੰ ਕਦੇ ਮਿਲਿਆ ਨਹੀਂ, ਉਹ ਪ੍ਰੋਗਰਾਮ ਦੇਖਦੇ ਆਪਣਾ ਜੀ। ਉਹ ਕਹਿੰਦੇ ਬਾਈ ਜੀ ਮੈਂ ਨਾ ਅਪਲਾਈ ਕੀਤਾ ਹੋਇਆ, ਅਸਾਮੀ ਨਿਕਲੀ ਆ। ਤੇ ਮੈਂ ਕਿਹਾ ਜੀ ਕਿੱਥੇ ਅਸਾਮੀ ਨਿਕਲੀ? ਕਹਿੰਦੇ ਹਾਈ ਕੋਰਟ ਦੇ ਵਿੱਚ ਚਪੜਾਸੀ ਦੀਆਂ ਪੋਸਟਾਂ ਨਿਕਲੀਆਂ। ਅੱਛਾ ਜੀ। ਤੇ ਮੈਂ ਕਿਹਾ ਫੇਰ? ਕਹਿੰਦਾ 12ਵੀਂ ਕਲਾਸ ਮੰਗੀ ਉਹਨਾਂ ਨੇ। ਤੇ ਮੈਂ ਕਿਹਾ ਤੁਸੀਂ ਕੀ ਕੀਤਾ? ਕਹਿੰਦਾ ਮੈਂ ਡਬਲ MA ਕੀਤੀ ਆ। ਕਹਿੰਦਾ ਮੈਂ MEd ਵੀ ਕੀਤੀ ਆ। ਤੇ ਕਹਿੰਦਾ ਮੈਂ ਕੋਸ਼ਿਸ਼ ਕਰ ਰਿਹਾ ਵੀ ਮੈਨੂੰ ਕਿਤੇ ਚਪੜਾਸੀ ਵਾਲੀ ਨੌਕਰੀ ਮਿਲ ਜੇ। ਮੈਂ ਕਿਹਾ ਜੀ ਇਹ ਘਰ ਘਰ ਰੁਜ਼ਗਾਰ ਦੀ ਗੱਲ ਆ, ਇਹ ਰੁਜ਼ਗਾਰ ਮੇਲਿਆਂ ਦੇ ਵਿੱਚ ਕੱਲੇ ਕੱਲੇ ਨੂੰ ਰੁਜ਼ਗਾਰ ਮਿਲਣ ਦੀ ਗੱਲ ਆ। ਅਸੀਂ ਤਾਂ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚ ਰੁਜ਼ਗਾਰ ਹੀ ਰੁਜ਼ਗਾਰ ਆ, ਪੰਜਾਬ ਦੇ ਵਿੱਚ ਨਜ਼ਾਰੇ ਆਈ ਜਾਂਦੇ ਆ। ਸਰਕਾਰ ਇਹ ਗੱਲ ਕਹਿੰਦੀ ਆ ਇੱਥੇ ਤਾਂ ਲੋਕ ਪੂੰਜੀ ਨਿਵੇਸ਼ ਕਰਨ ਦੇ ਵਿੱਚ ਮਾਣ ਮਹਿਸੂਸ ਕਰਦੇ ਆ, ਪਰ ਅਸਲੀਅਤ ਇਹ ਆ ਵੀ ਚੰਗੀਆਂ ਭਲੀਆਂ ਡਿਗਰੀਆਂ ਲੈ ਕੇ ਜਾਂ ਤਾਂ ਟਾਵਰਾਂ ਦੇ ਉੱਤੇ ਚੜ੍ਹਨਾ ਪੈਂਦਾ, ਤੇ ਜਾਂ ਫਿਰ ਜੇਕਰ ਚਪੜਾਸੀ ਦੀ ਨੌਕਰੀ ਵੀ ਮਿਲ ਜੇ ਇਹਦੇ ਲਈ ਵੀ ਬਹੁਤ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਚਪੜਾਸੀ ਦੀ ਨੌਕਰੀ ਮਾੜੀ ਆ, ਪਰ ਦੇਖੋ ਵੀ ਜਿਹੜੀ ਤੁਹਾਡੀ ਯੋਗਤਾ ਉਹਦੇ ਮੁਤਾਬਕ ਰੁਜ਼ਗਾਰ ਕਿੰਨੇ ਕੁ ਮਿਲਦੇ ਆ। ਬਿਲਕੁਲ ਸਹੀ। ਹਰਮਨ ਜੀ, ਹਰਜੀਤ ਗਰੇਵਾਲ ਨੇ ਵੈਸੇ ਲੋੜਾ ਲਿਆਂਦਾ ਇੱਕ ਬਿਆਨ ਪੇਸ਼ ਕਰਕੇ। ਉਹ ਹਮੇਸ਼ਾ ਹੀ ਲੋੜਾ ਲਿਆਂਦੇ ਨੇ। ਮੈਂ ਹੈਰਾਨ ਆ ਉਹਨਾਂ ਦੇ ਉੱਤੇ ਵੀ ਭਾਈ ਉਹ ਕਿਹੋ ਜੀ ਸੁਲੱਖਣੀ ਸੋਚ ਕੌਮਿਆਂ ਦੇ ਵਿੱਚ ਰੱਖਦੇ ਆ। ਉਹ ਕਹਿੰਦੇ ਵੀ ਜਿਹੜੇ ਇਹ ਕਿਸਾਨ ਆ ਨਾ,
ਇਹ ਤਾਂ ਨਜ਼ਾਰੇ ਲੁੱਟਣ ਲੱਗ ਪਏ, ਇਹ ਤਾਂ ਮਜ਼ੇ ਲੈਣ ਲੱਗ ਪਏ ਬਾਰਡਰਾਂ ਦੇ ਉੱਤੇ ਬਹਿ ਕੇ। ਅੱਛਾ ਜੀ। ਇਹ ਅੰਦੋਲਨ ਦੇ ਵਿੱਚੋਂ ਸਵਾਦ ਲੈਣ ਲੱਗ ਪਏ ਆ। ਤੇ ਉਹ ਕਹਿੰਦੇ ਵੀ ਜੇਕਰ ਕਿਸਾਨ ਵੋਟਾਂ ਦੇ ਵਿੱਚ ਖੜਨਗੇ ਨਾ 500 ਵੋਟ ਨਹੀਂ ਪੈਣੀ ਇਹਨਾਂ ਨੂੰ। ਅੱਛਾ। ਉਹ ਕਹਿੰਦੇ ਵੀ ਇਹ ਤਾਂ ਹਿੰਸਕ ਲੋਕਾਂ ਦੇ ਗਰੋਹ ਬਣ ਗਏ ਆ, ਇਹ ਤਾਂ ਜਾਣਬੁੱਝ ਕੇ ਇਹ ਕੁਝ ਕਰਦੇ ਆ, ਇਹਨਾਂ ਦੇ ਅੰਦਰ ਕੋਈ ਕਿਸਾਨਾਂ ਵਾਲੀ ਗੱਲ ਹੈ ਨਹੀਂ। ਜੇ ਕਿਤੇ ਇਹ ਬਿਨਾਂ ਸ਼ਰਤ ਗੱਲਬਾਤ ਕਰਨੀ ਚਾਹੁੰਦੇ ਹੋਣ ਤਾਂ ਭਾਵੇਂ ਸੁੱਤੇ ਪਏ ਹੋਣ ਤੋਮਰ ਸਾਹਿਬ ਉੱਠ ਕੇ ਅੱਖਾਂ ਮਲ ਕੇ ਚਾਹ ਪਾਣੀ ਤੋਂ ਬਿਨਾਂ ਹੀ ਆ ਜਾਣਗੇ। ਉਹ ਕਹਿੰਦੇ ਵੀ ਉਹ ਤਾਂ ਮੀਟਿੰਗ ਕਰਨ ਨੂੰ ਤਿਆਰ ਆ, ਭਾਵੇਂ ਅੱਧੀ ਰਾਤ ਨੂੰ ਸੱਦ ਲਓ, ਪਰ ਇਹ ਸ਼ਰਤਾਂ ਵਿੱਚ ਕਿਹੜੀ ਗੱਲੋਂ ਪਾਉਂਦੇ ਆ? ਅੱਛਾ, ਮਤਲਬ ਇੱਕ ਵਾਰ ਤੁਸੀਂ ਕਹਿੰਦੇ ਹੋ ਕਿ ਖੇਤੀ ਕਾਨੂੰਨ ਛੱਡ ਕੇ ਹੋਰ ਜਿਹੜੀ ਮਰਜ਼ੀ ਗੱਲ ਕਰਨ ਲਈ ਆ ਜਾਓ, ਦੂਜੇ ਪਾਸੇ ਕਹਿੰਦੇ ਹੋ ਵੀ ਸ਼ਰਤਾਂ ਛੱਡ ਕੇ ਤੇ ਫੇਰ ਆ ਜਾਓ, ਗੱਲ ਕਰ ਲੈਣਗੇ, ਤੇ ਫਿਰ ਕਿਸਾਨਾਂ ਨੇ ਕੀ ਹਾਲ ਚਾਲ ਪੁੱਛਣ ਜਾਣਾ ਉਹਨਾਂ ਨੂੰ? ਮੈਂ ਇਸੇ ਗੱਲ ਦੇ ਉੱਤੇ ਤਾਂ ਹੈਰਾਨ ਆ ਵੀ ਜੇਕਰ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਇਸ ਗੱਲ ਦਾ ਭੁਲੇਖਾ ਵੀ ਭਾਈ ਇਹ ਤਾਂ ਵਿਹਲੇ ਬੈਠੇ ਹਨ, ਇਹ ਤਾਂ ਨਜ਼ਾਰੇ ਲੁੱਟਣ ਆਏ ਹਨ, ਇਹ ਤਾਂ ਕਿਸੇ ਦੇ ਬਿਠਾਏ ਹਨ, ਇਹ ਤਾਂ ਪਿਕਨਿਕਾਂ ਦੇ ਉੱਤੇ ਆਏ ਹਨ, ਇਹਨਾਂ ਨੂੰ ਤਾਂ ਇੱਥੇ ਬੈਠ ਕੇ ਚਾਅ ਚੜਦਾ ਹੈ, ਤਾਂ ਤੁਸੀਂ ਆਪਣੀਆਂ ਪਾਰਟੀਆਂ ਦੇ ਸਮਰਥਕ ਆ ਜਿਹੜੇ ਉਹਨਾਂ ਨੂੰ ਕਹੋ ਨਾ ਜੀ ਇਹ 8.5 ਮਹੀਨੇ ਤੋਂ ਬੈਠੇ ਆ, ਵੀ ਤੁਸੀਂ 8.5 ਹਫ਼ਤੇ ਹੀ ਬਹਿ ਲਓ, ਨਹੀਂ ਤੁਸੀਂ 8.5 ਦਿਨ ਹੀ ਬਹਿ ਲਓ ਜੀ, ਫਿਰ ਮੰਨੀਏ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਮੈਂ ਤਾਂ ਇਹ ਕਹਿੰਦੀ ਗਰੇਵਾਲ ਸਾਹਿਬ ਨੂੰ, ਦੇਖੋ ਨਜ਼ਾਰੇ ਕਿਤੇ ਕਿਤੇ ਮਿਲਦੇ ਜ਼ਿੰਦਗੀ 'ਚ, ਬੰਦਾ ਕੰਮਾਂ ਰੁਝੇਵਿਆਂ 'ਚ ਇੰਨਾ ਕੁ ਜ਼ਿਆਦਾ ਰੁੱਝਿਆ ਹੋਇਆ ਹੈ ਕਿ ਨਜ਼ਾਰੇ ਲੈਣ ਦਾ ਉਹਨੂੰ ਸਮਾਂ ਹੀ ਨਹੀਂ ਮਿਲਦਾ ਹੈਗਾ, ਹਨਾ। ਗਰੇਵਾਲ ਸਾਹਿਬ ਵੀ ਬਹੁਤ ਜ਼ਿਆਦਾ ਵਿਅਸਤ ਨੇ, ਬਿਆਨ ਦੇਣੇ ਹੁੰਦੇ ਨੇ ਇਹਨਾਂ ਨੇ ਤਰ੍ਹਾਂ ਦੇ, ਸੋ ਇਹਨਾਂ ਨੂੰ ਕਹੋ ਵੀ ਥੋੜੇ ਜਿਹੇ ਨਜ਼ਾਰੇ ਤੁਸੀਂ ਵੀ ਲੈ ਲਓ। ਨਜ਼ਾਰੇ ਉਹ ਲੈ ਰਹੇ ਨੇ, ਥੋੜਾ ਜਿਹਾ ਹਿੱਸਾ ਤੁਸੀਂ ਪਾਓ, ਉੱਥੇ ਜਾ ਕੇ ਬੈਠੋ, ਜਿਹੜੇ ਨਜ਼ਾਰੇ ਉਹ ਲੈ ਰਹੇ ਉਹੀ ਤੁਹਾਨੂੰ ਵੀ ਆਉਣਗੇ, ਵੰਨ-ਸੁਵੰਨੇ ਪਕਵਾਨ ਉੱਥੇ ਬਹਿ ਕੇ ਖਾਇਓ, ਪੂਰੀ ਤਰ੍ਹਾਂ ਦੇ ਨਾਲ ਨਜ਼ਾਰੇ ਲੁੱਟਿਓ, ਬੁੱਲੇ ਲੁੱਟਿਓ, ਤੇ ਉਸ ਤੋਂ ਬਾਅਦ ਵਾਪਸ ਆ ਜਾਓ। ਇਹ ਕਿਹੜੀ ਜਾਂਦੇ? ਮੈਂ ਹੈਰਾਨ ਇਸ ਗੱਲ ਦੇ ਉੱਤੇ ਹਰਮਨ ਜੀ, ਵੀ ਪਹਿਲਾਂ ਤਾਂ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਦੇ ਵਿੱਚ ਰਹਿਣਾ, ਤੇ ਪੱਤਰਕਾਰ ਦੇ ਮੂਹਰੇ ਇਹ ਗੱਲ ਕਹਿਣੀ ਵੀ ਇਹ ਤਾਂ ਕਿਸਾਨ ਹੀ ਨਹੀਂਗੇ, ਤੇ ਉਦਾਂ ਇਹ ਵੀ ਗੱਲ ਕਹਿਣੀ ਵੀ ਭਾਈ ਸੋਧਾਂ ਵਾਸਤੇ ਅਸੀਂ ਮੰਨਦੇ ਆ, ਤੇ ਫਿਰ ਤੁਸੀਂ ਇੱਕ ਥਾਂ ਦੇ ਉੱਤੇ ਕਿਉਂ ਨਹੀਂ ਖੜਦੇ? ਜਦੋਂ ਵੀ ਤੋਮਰ ਸਾਹਿਬ ਇਹ ਗੱਲ ਕਹਿੰਦੇ ਆ ਨਾ ਕਿ ਸੰਸ਼ੋਧਨ ਕੇ ਲਈ ਤਾਂ ਤਿਆਰ ਹੈ ਮਗਰ ਰੱਦ ਕਰਨੇ की बात ना करो, ਤੇ ਜੇਕਰ ਇਹਦੇ ਵਿੱਚ ਕਾਲਾ ਕੁਝ ਨਹੀਂਗਾ ਤੇ ਫਿਰ ਸੋਧਾਂ ਵੀ ਕਿਹੜੀ ਗੱਲੋਂ ਮੰਨਦੇ ਆ? ਤੁਸੀਂ ਕਹੋ ਵੀ ਇਹਦੇ ਚ ਕਾਲਾ ਕੁਝ ਨਹੀਂਗਾ, ਇਹ ਚਿੱਟਾ ਹੀ ਚਿੱਟਾ ਜੀ, ਤੇ ਕਿਸਾਨ ਜੇਕਰ ਕਹਿੰਦੇ ਵੀ ਇਹਦੇ ਚ ਕਾਲਾ ਹੀ ਕਾਲਾ, ਤੇ ਫਿਰ ਤੁਸੀਂ ਮੀਟਿੰਗ ਕਿਹੜੀ ਗੱਲੋਂ ਕਰਦੇ ਹੋ? ਤੁਸੀਂ ਕਹੋ ਜੀ ਸਾਡਾ ਚਿੱਟਾ ਹੀ ਆ, ਅਸੀਂ ਤਾਂ ਐਂ ਹੀ ਰਹਿੰਦੇ ਹੁੰਨੇ ਆ। ਜਿਹੜਾ ਸਹੀ ਹੁੰਦਾ ਹੈ ਨਾ, ਦੇਖੋ ਕਿਸਾਨ ਤੁਹਾਨੂੰ ਹਰ ਥਾਂ ਦੇ ਉੱਪਰ ਆ ਕੇ ਮਿਲਦੇ ਨੇ, ਜਿੱਥੇ ਵੀ ਤੁਹਾਡੀ ਪਾਰਟੀ ਦਾ ਕੋਈ ਵੀ ਬੰਦਾ ਜਾਂਦਾ ਉੱਥੇ ਮੂਹਰੇ ਕਿਸਾਨ ਖੜੇ ਹੁੰਦੇ ਨੇ। ਅੱਜ ਕੱਲ ਤਾਂ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਜਾਏ ਮੂਹਰੇ ਕਿਸਾਨ ਖੜੇ ਹੁੰਦੇ ਨੇ, ਹਨਾ। ਜੇ ਉਹ ਸੱਚੇ ਨੇ ਉਹ ਤਾਂ ਹੀ ਖੜੇ ਹੁੰਦੇ ਨੇ, ਤੁਸੀਂ ਸੱਚੇ ਹੋ ਤਾਂ ਤੁਸੀਂ ਕਿਉਂ ਨਹੀਂ ਆਉਂਦੇ ਉੱਥੇ ਦਿੱਲੀ ਬਾਰਡਰਾਂ ਦੇ ਉੱਪਰ? ਉੱਥੇ ਮਾਈਕ ਵੀ ਆ, ਸਪੀਕਰ ਵੀ ਲੱਗੇ ਨੇ, ਸਟੇਜ ਵੀ ਲੱਗੀ ਆ, ਸਾਰਾ ਕੁਝ ਤੁਹਾਨੂੰ ਉੱਥੇ ਮਿਲੂਗਾ। ਔਰ ਪੱਕੀ ਗੱਲ ਆ, ਜੇ ਤੁਸੀਂ ਕਿਸਾਨਾਂ ਨੂੰ ਕਹੋਗੇ ਵੀ ਅਸੀਂ ਆ ਕੇ ਤੁਹਾਨੂੰ ਸਮਝਾਉਂਦੇ ਆ, ਕਿਸਾਨ ਵੀ ਕੁਝ ਨਹੀਂ ਕਹਿੰਦੇ ਤੁਹਾਨੂੰ, ਇੱਕ ਵਾਰ ਹਿੰਮਤ ਕਰਕੇ ਉੱਥੇ ਜਾ ਕੇ ਸਮਝਾਉਣ ਦੀ ਕੋਸ਼ਿਸ਼ ਤਾਂ ਕਰੋ। ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਟਿਚਰਾਂ ਕਰਨੀਆਂ ਕਿਸਾਨਾਂ ਨੂੰ ਬੰਦ ਕੀਤੀਆਂ ਜਾਣ ਜੀ। ਕਿਸਾਨ ਇਸ ਵਕਤ ਮਜਬੂਰੀ ਦੇ ਵਿੱਚ ਬੈਠੇ ਆ। ਇਹ ਦੇਖੋ ਵੀ ਵਾਰ-ਵਾਰ ਕਹੀ ਜਾਂਦੇ ਜੀ ਕਿ ਤਾਂ ਚੋਣਾਂ ਲੜਨ ਦੇ ਚਾਹਵਾਨ ਹਨ, ਤਾਂ ਚੋਣਾਂ ਲੜਨ ਦੇ ਚਾਹਵਾਨ ਹਨ। ਜੇ ਤਾਂ ਇੱਥੇ ਭ੍ਰਿਸ਼ਟਾਚਾਰ ਦੇ ਨਾਲ ਲਿਬੜੇ ਹੋਏ ਲੋਕ ਆ ਜਿਹੜੇ, ਉਹ ਚੋਣਾਂ ਲੜਨ ਕੋਈ ਗੱਲ ਨਹੀਂ। ਜੇ ਇੱਥੇ ਖਿਡਾਰੀ ਚੋਣਾਂ ਦੇ ਵੱਲ ਆ ਜਾਣ ਕੋਈ ਗੱਲ ਨਹੀਂ, ਗਾਇਕ ਆ ਜਿਹੜੇ ਚੋਣਾਂ ਵੱਲ ਆ ਜਾਣ ਕੋਈ ਗੱਲ ਨਹੀਂ, ਫਿਲਮੀ ਕਲਾਕਾਰ ਚੋਣਾਂ ਵੱਲ ਆ ਜਾਣ ਕੋਈ ਗੱਲ ਨਹੀਂ, ਗੁੰਡੇ ਬਦਮਾਸ਼ ਕਈ ਚੋਣਾਂ ਲੜ ਜਾਂਦੇ ਕੋਈ ਗੱਲ ਨਹੀਂ, ਤੇ ਜੇ ਕਿਸਾਨ ਚੋਣਾਂ ਲੜਨਗੇ ਤਾਂ ਫਿਰ ਇਹ ਸਮਾਜ ਵਿਰੋਧੀ ਆ। ਇਹ ਜੇਕਰ ਤੁਸੀਂ ਕਰੋ ਤਾਂ ਫਿਰ ਸਾਰਾ ਕੁਝ ਠੀਕ ਆ, ਤੇ ਜੇਕਰ ਕਿਸਾਨ ਕਦੇ ਸੋਚਣ ਵੀ, ਹਾਲਾਂਕਿ ਪੰਜਾਬ ਦੇ ਕਿਸਾਨਾਂ ਨੇ ਕਦੇ ਬਿਆਨ ਨਹੀਂ ਦਿੱਤਾ ਵੀ ਅਸੀਂ ਚੋਣਾਂ ਵੀ ਲੜਨੀਆਂ, ਹਾਲੇ ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਜਿਹੜੇ ਕੰਮ ਲਈ ਅਸੀਂ ਆਏ ਆ ਅਸੀਂ ਉਸ ਕੰਮ ਦੇ ਤੋਂ ਡਟੇ ਰਹਿਣਾ, ਤੇ ਤੁਸੀਂ ਉਹਨਾਂ ਦੀ ਹਰ ਗੱਲ ਦੇ ਗਲਤ ਅਰਥ ਕੱਢਦੇ ਹੋ। ਇਹਦਾ ਕਾਰਨ ਕੀ ਆ? ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਕੋਈ ਵੀ ਚੋਣਾਂ ਲੜ ਸਕਦਾ, ਮੈਂ ਵੀ ਲੜ ਸਕਦੀ ਹਾਂ, ਤੁਸੀਂ ਲੜ ਸਕਦੇ ਹੋ, ਕਿਸਾਨ ਲੜ ਸਕਦੇ ਨੇ, ਕੋਈ ਵੀ ਲੜ ਸਕਦਾ ਹੈ। ਤੇ ਫਿਰ ਆਪਾਂ ਕਿਹੜੀ ਗੱਲੋਂ ਤੰਗੀ ਚ, ਆਪਾਂ ਕਿਹੜੀ ਗੱਲੋਂ ਪਰੇਸ਼ਾਨੀ ਚ? ਵੀ ਇਹ ਤਾਂ ਕਹਿੰਦੇ ਜੀ ਚੋਣਾਂ ਲੜਾਂਗੇ, ਐਡਾ ਕਿਹੜਾ ਉਹਨਾਂ ਨੇ ਬੈਂਕ ਤੇ ਡਾਕਾ ਮਾਰਨ ਦੀ ਗੱਲ ਕਰ ਦਿੱਤੀ ਹੈ। ਨਾਲੇ ਗਰੇਵਾਲ ਸਾਹਿਬ ਨੂੰ ਬੇਨਤੀ ਇਹ ਹੈ ਜੀ ਕਿ ਤੁਸੀਂ ਇੱਕ ਵਾਰੀ ਆਪ ਵੀ ਚੋਣ ਲੜਿਓ ਜੀ, ਤੁਸੀਂ 5 ਲੱਖ ਵੋਟ ਲੈ ਲਿਓ ਇਤਕੀ, ਪੰਜਾਬ ਦੇ ਵਿੱਚੋਂ ਜਿਹੜਾ ਮਰਜ਼ੀ ਹਲਕਾ ਚੁਣ ਲਿਓ ਜੀ, ਬਹੁਤ ਮੁਹੱਬਤ ਕਰਨਗੇ ਲੋਕ, ਬਹੁਤ ਵੋਟਾਂ ਪਾਉਣ ਦੇ ਲਈ ਉਤਾਵਲੇ ਆ। ਹੋ ਸਕਦਾ ਵੀ ਇਤਕੀ ਮਸ਼ੀਨਾਂ ਜਾਮ ਹੀ ਹੋ ਜਾਣ, ਐ ਬਟਨ ਨੱਪੀ ਜਾਣ, ਟੀ ਹੋ ਜੇ। ਸੋ ਇਸ ਕਰਕੇ ਆਪਾਂ ਕਿਹੜੀ ਗੱਲੋਂ ਇਹੋ ਜਿਹੀਆਂ ਗੱਲਾਂ ਕਰਦੇ ਆ? ਇੱਕ ਪਾਸੇ ਅਸੀਂ ਇਹ ਗੱਲ ਕਹੀ ਜਾਂਦੇ ਵੀ ਕਾਨੂੰਨ ਸਾਰੇ ਠੀਕ ਆ, ਦੂਜੇ ਪਾਸੇ ਅਸੀਂ ਜਿਹੜੇ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਹੋਏ ਟਿਚਰਾ ਕਰਦੇ ਆ। ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਆਪ ਕਿਸਾਨੀ ਦੇ ਵਿੱਚ ਹੋ ਕੇ ਤੇ ਫਿਰ ਕਿਸਾਨਾਂ ਬਾਰੇ ਕਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ। ਇਹ ਪਤਾ ਨਹੀਂ ਕਿਹੋ ਜਿਹਾ ਕੰਮਕਾਜ ਚੱਲਦਾ, ਕਿਸੇ ਪਾਰਟੀ ਨਾਲ ਜੁੜ ਕੇ ਬੰਦਾ ਕਿਹੋ ਜਿਹਾ ਬਣ ਜਾਂਦਾ। ਗਰੇਵਾਲ ਸਾਹਿਬ ਪਿਛਲੇ ਕਈ ਦਿਨਾਂ ਤੋਂ ਚੁੱਪ ਸੀਗੇ, ਆ ਜਦੋਂ ਬੋਲੇ ਨਵੀਂ ਪਸੂੜੀ ਪਾਤੀ, ਤੇ ਉਹ ਹਮੇਸ਼ਾ ਹੀ ਪਸੂੜੀ ਪਾਉਂਦੇ ਨੇ। ਮੈਨੂੰ ਤਾਂ ਇਹ ਹੈਰਾਨੀ ਆ ਵੀ ਪਿਛਲੇ ਇੰਨੇ ਦਿਨਾਂ ਤੋਂ ਚੁੱਪ ਕਿਵੇਂ ਸੀ। ਨਾਲੇ ਮੁੱਖ ਦੀ ਗੱਲ ਇੱਥੇ ਉਹ ਸੋਚਦੇ ਸੀ ਵੀ ਕਿੰਨੀਆਂ ਵੋਟਾਂ ਪੈਣਗੀਆਂ, 500 ਕਿ 700। ਅੱਛਾ, ਫਿਰ ਉਹਦੇ ਲਈ ਗਿਣਤੀ 'ਚ ਟਾਈਮ ਲੱਗ ਗਿਆ। ਪੂਰਾ ਨਾ ਸਰਵੇ ਕਰਦੇ ਸੀਗੇ, ਉਹਨਾਂ ਨੇ ਪੂਰੀ ਪੜਤਾਲ ਕੀਤੀ ਆ। ਚਲੋ ਕੋਈ ਗੱਲ ਨਹੀਂ, ਪਰ ਗੱਲ ਇਹ ਹੈ
ਸਾਰੀਆਂ ਗੱਲਾਂ ਇੱਕ ਬੰਨੇ, ਪੰਜਾਬ ਦੇ ਹੋ ਤੁਸੀਂ, ਪੰਜਾਬ ਦੇ ਪੁੱਤਰ ਹੋ, ਥੋੜਾ ਜਿਹਾ ਫਰਜ਼ ਨਿਭਾ ਲਈਏ। ਪਾਰਟੀਆਂ ਕੋਈ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਾਰਟੀ ਦੇ ਸਮਰਥਕ ਹੋਣਾ, ਕਿਸੇ ਪਾਰਟੀ ਦੇ ਵਿੱਚ ਹੋਣਾ, ਇਹ ਇੱਕ ਵੱਖਰੀ ਗੱਲ ਹੈ, ਪਰ ਅਸਲੀਅਤ ਤੋਂ ਮੂੰਹ ਮੋੜਨਾ ਇਹ ਇੱਕ ਵੱਖਰੀ ਗੱਲ ਹੁੰਦੀ ਹੈ। ਆਪਾਂ ਜੇ ਕਿਤੇ ਅੱਗ ਲੱਗੀ ਹੋਵੇ, ਜੇ ਕਿਤੇ ਕੋਈ ਮਾਮਲਾ ਭਖਿਆ ਹੋਵੇ, ਉਹਦੇ ਉੱਪਰ ਪਾਣੀ ਪਾਉਣ ਦੀ ਕੋਸ਼ਿਸ਼ ਕਰੀਏ, ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰੀਏ, ਸੁਲਝਾਉਣ ਦੀ ਕੋਸ਼ਿਸ਼ ਕਰੀਏ, ਉਹਦੇ ਤੇ ਤੇਲ ਪਾਉਣ ਦੀ ਕੋਸ਼ਿਸ਼ ਨਾ ਕਰੀਏ। ਤੇਲ ਤਾਂ ਵੈਸੇ ਵੀ ਬੜਾ ਮਹਿੰਗਾ ਹੈ। ਹਰਮਨ ਜੀ, ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਆ ਜੀ, ਉਹਨਾਂ ਦੇ ਇੱਕ ਬਿਆਨ ਦੇ ਉੱਤੇ ਟਿੱਪਣੀ ਕੀਤੀ ਆ। ਉਸ ਟਿੱਪਣੀ ਦੀ ਅਖਬਾਰਾਂ ਦੇ ਵਿੱਚ ਬੜੀ ਚਰਚਾ ਹੋ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਵੀ ਸਰਕਾਰ ਆ ਨਾ ਜਿਹੜੀ, ਉਹ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਕੇ ਇੱਕ ਬੋਰਡ ਬਣਾਉਣ ਦੀ ਇੱਛੁਕ ਹੈ ਜੀ, ਤੇ ਏਜੰਸੀਆਂ ਦੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਬਹੁਤ ਸਾਰੀਆਂ ਇਹੋ ਜਿਹੀਆਂ ਏਜੰਸੀਆਂ ਜਿਹੜੀਆਂ ਕਿ ਪਿੱਛੇ ਲੱਗੀਆਂ ਹੋਈਆਂ, ਜਿਹੜੀਆਂ ਚਾਹੁੰਦੀਆਂ ਵੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰ ਦਈਏ। ਉਹਨਾਂ ਲੋਕਾਂ ਦੇ, ਉਹਨਾਂ ਏਜੰਸੀਆਂ ਦੇ ਆਪਣੇ ਮਨਸੂਬੇ ਹੈਗੇ ਆ। ਇਸ ਸਾਰੇ ਬਿਆਨ ਦੇ ਉੱਤੇ ਢੱਡਰੀਆਂ ਵਾਲਿਆਂ ਨੇ ਆਪਦੀ ਇੱਕ ਵੀਡੀਓ ਜਾਰੀ ਕੀਤੀ ਆ। ਅੱਛਾ ਜੀ। ਉਹ ਕਹਿੰਦੇ ਵੀ ਹੁਣ ਤੁਹਾਨੂੰ ਏਜੰਸੀਆਂ ਚੇਤੇ ਆਉਂਦੀਆਂ, ਇਹ ਦੱਸੋ ਵੀ ਡੇਰਾ ਮੁਖੀ ਜਿਹੜਾ ਸਿਰਸੇ ਵਾਲਾ, ਉਹਨੂੰ ਮਾਫੀ ਕਿਸੇ ਏਜੰਸੀ ਨੇ ਦਵਾਈ ਸੀ? ਬਾਅਦ ਦੇ ਵਿੱਚ 80 ਲੱਖ ਰੁਪਏ ਦੇ ਇਸ਼ਤਿਹਾਰ ਆ ਜਿਹੜੇ ਖੁਦ ਨੂੰ ਸਹੀ ਸਾਬਤ ਕਰਨ ਦੇ ਲਈ ਅਖਬਾਰਾਂ ਦੇ ਵਿੱਚ ਲਵਾਏ, ਜਿਹੜੇ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਿਆਂ ਦਾ ਭੁਗਤਾਨ ਕੀਤਾ, ਤੇ ਇਹ ਦੱਸੋ ਵੀ ਉਹ ਏਜੰਸੀਆਂ ਨੇ ਕੀਤਾ ਸੀ? ਇਹ ਦੱਸੋ ਵੀ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜੇ ਵੀ ਸਵਾਲ ਉੱਠੇ ਆ, ਉਹਦੇ ਪ੍ਰਬੰਧਾਂ ਦੇ ਵਿੱਚ ਖਾਮੀਆਂ ਦੀ ਗੱਲ ਉੱਠੀ ਆ, ਕਿ ਉਹ ਏਜੰਸੀਆਂ ਦੇ ਕਰਕੇ ਉੱਠੀ ਆ? ਤੇ ਜਿਹੜਾ ਸੁੱਚਾ ਸਿੰਘ ਲੰਗਾਰ ਨੂੰ ਮਾਫੀ ਦੇਣ ਦੇ ਬਾਰੇ ਤੁਸੀਂ ਸੋਚ ਵਿਚਾਰ ਕਰ ਰਹੇ ਆ, ਆਪਦੇ ਅਕਾਵਾਂ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਆ ਵੀ ਭਾਈ ਫਾਇਦਾ ਹੋਊਗਾ ਅਕਾਵਾਂ ਦਾ ਕਿ ਨੁਕਸਾਨ ਹੋਊਗਾ? ਤੇ ਜਿਸ ਦਿਨ ਵੀ ਤੁਹਾਨੂੰ ਇਹ ਜਾਪਿਆ ਵੀ ਇਹ ਤਾਂ ਫਾਇਦਾ ਹੋਊਗਾ ਮਾਫੀ ਦੇ ਕੇ, ਤੇ ਉਸ ਦਿਨ ਤੁਸੀਂ ਮਾਫ ਵੀ ਕਰ ਦੇਣਾ ਝਟਪਟ। ਇਹ ਸਾਰਾ ਕੁਝ ਏਜੰਸੀਆਂ ਕਰਵਾ ਰਹੀਆਂ। ਆਪਾਂ ਨੂੰ ਆਪਦੇ ਕੰਮ ਸਹੀ ਤਰੀਕੇ ਨਾਲ ਕਰਨੇ ਚਾਹੀਦੇ ਆ। ਕਿਸੇ ਰਾਜਨੀਤਿਕ ਪਾਰਟੀ ਦੀ ਬੋਲੀ ਨਹੀਂ ਬੋਲਣੀ ਚਾਹੀਦੀ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਅਸਲ ਅਰਥਾਂ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ, ਤੇ ਹਰ ਗੱਲ ਕਿਸੇ ਹੋਰ ਦੇ ਉੱਤੇ ਨਹੀਂ ਸੁੱਟਣੀ ਚਾਹੀਦੀ। ਦੇਖੋ, ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ, ਤੇ ਉਹਦੇ ਲਈ ਇਹ ਸਾਰੀਆਂ ਗੱਲਾਂ ਵਾਜਬ ਨੇ ਕਿ ਸਭ ਤੋਂ ਜ਼ਿਆਦਾ ਧਿਆਨ ਜਿਹੜਾ ਹੈ ਉਹ ਸਿੱਖੀ ਦੇ ਪ੍ਰਚਾਰ ਦੇ ਲਈ, ਪਸਾਰ ਦੇ ਲਈ ਦੇਣਾ ਚਾਹੀਦਾ ਹੈ ਨਾ। ਪਰ ਅੱਜ ਤੱਕ ਬਹੁਤ ਸਾਰੇ ਸਵਾਲ ਖੜੇ ਹੁੰਦੇ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਉੱਪਰ, ਔਰ ਉਹਨਾਂ ਸਵਾਲਾਂ ਦੇ ਜਵਾਬ ਕਦੇ ਵੀ, ਜਾਂ ਕਹਿ ਲਓ, ਜਾਂ ਤਾਂ ਮਿਲੇ ਹੀ ਨਹੀਂ ਹੈਗੇ ਉਹਨਾਂ ਦੇ ਜਵਾਬ, ਜਾਂ ਫਿਰ ਸੰਤੁਸ਼ਟੀ ਵਾਲੇ ਜਵਾਬ ਕਦੇ ਨਹੀਂ ਮਿਲੇ ਹੈਗੇ। ਸੋ ਉਹ ਜਵਾਬ ਜਾਣਨ ਦਾ ਵੀ ਸਿੱਖ ਸੰਗਤ ਨੂੰ ਪੂਰਾ ਹੱਕ ਹੈ। ਜੇ ਸਵਾਲ ਖੜੇ ਹੋਏ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਵੀ ਮਿਲਣੇ ਚਾਹੀਦੇ ਨੇ। ਇੱਕ ਹੋਰ ਵੀ ਗੱਲ ਕਹੀ ਢੱਡਰੀਆਂ ਵਾਲਿਆਂ ਨੇ, ਉਹ ਕਹਿੰਦੇ ਵੀ ਜਦੋਂ ਡੇਰਿਆਂ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਜਾਂਦੇ ਆ, ਤੇ ਇਹ ਏਜੰਸੀਆਂ ਭੇਜਦੀਆਂ ਜਾਂ ਏਜੰਸੀਆਂ ਦੇ ਵੱਲੋਂ ਘੜਤ ਘੜੀ ਜਾਂਦੀ ਆ। ਜਦੋਂ ਅੱਜ ਦੀ ਤਰੀਕ ਦੇ ਵਿੱਚ ਸਾਧਾਂ ਦੀਆਂ ਜਾ ਕੇ ਜੁੱਤੀਆਂ ਮੱਥੇ ਨੂੰ ਲਾਉਣੀਆਂ ਪੈਂਦੀਆਂ, ਤੇ ਅੱਜ ਕੱਲ ਇਹੋ ਜਿਹੇ ਹਾਲਾਤ ਬਣੇ ਪਏ ਆ ਵੀ ਤੁਸੀਂ ਲੋਕਾਂ ਨੂੰ ਇਹੋ ਜਿਹੇ ਚੱਕਰ ਵੀ ਉਹਦੇ ਵਿੱਚ ਫਸਾਤਾ, ਤੇ ਇਹ ਵੀ ਏਜੰਸੀਆਂ ਦੇ ਵੱਲੋਂ ਕੀਤਾ ਗਿਆ। ਸੋ ਇਸ ਕਰਕੇ ਆਪਣੀ ਜ਼ਿੰਮੇਵਾਰੀ ਆਪਾਂ ਨੂੰ ਨਿਭਾਉਣੀ ਚਾਹੀਦੀ ਆ, ਆਪਣੇ ਕੰਮ ਤਨਦੇਹੀ ਨਾਲ ਕਰਨੇ ਚਾਹੀਦੇ ਆ। ਜਿਹੜੀਆਂ ਸਾਡੀਆਂ ਖਾਮੀਆਂ, ਜਿਹੜੀਆਂ ਸਾਡੀਆਂ ਊਣਤਾਈਆਂ, ਉਹਦੇ ਲਈ ਅਸੀਂ ਕਿਸੇ ਹੋਰ ਦੇ ਉੱਤੇ ਦੋਸ਼ ਮੜੀਏ, ਇਹਦੀ ਕੋਈ ਤੁਕ ਨਹੀਂ ਬਣਦੀ। ਨਾਲੇ ਅੱਜ ਤੱਕ ਪਤਾ ਨਹੀਂ ਕਿਉਂ ਬੜੀ ਹੈਰਾਨੀ ਹੁੰਦੀ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਚੀਜ਼ਾਂ ਸਾਨੂੰ ਜਿਹਦੇ ਤੋਂ ਵਰਜਿਆ ਗਿਆ ਹੈ ਤੇ ਜਿਹੜੀਆਂ ਚੀਜ਼ਾਂ ਕਰਨ ਲਈ ਕਿਹਾ ਗਿਆ ਹੈ, ਇਹ ਅਸੀਂ ਸਾਰੇ ਜਾਣਦੇ ਹਾਂ। ਤੇ ਜਦੋਂ ਕੋਈ ਵੀ ਡੇਰੇ ਦੇ ਉੱਪਰ ਜਾਂਦਾ ਹੈ ਇਸ ਤਰੀਕੇ ਦੇ ਨਾਲ, ਕਦੀ ਜੁੱਤੀਆਂ ਸਿਰ ਨੂੰ ਲਾ ਲਈਆਂ, ਕਦੀ ਵੈਸੇ ਗੋਡੇ ਗਿੱਟੇ ਘੁੱਟਣ ਲੱਗ ਗਏ, ਕਦੇ ਕੁਛ ਕਦੇ ਕੁਛ ਕਦੇ ਕੁਛ, ਉਦੋਂ ਸ਼੍ਰੋਮਣੀ ਕਮੇਟੀ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਿਉਂ ਨਹੀਂ ਕਰਦੀ, ਚਾਹੇ ਉਹ ਕੋਈ ਵੀ ਹੋਵੇ? ਇਸ ਗੱਲ ਦੇ ਉੱਤੇ ਦੁੱਖ ਹੋਣਾ ਕੁਦਰਤੀ ਹੈ, ਕਿਉਂਕਿ ਲਗਭਗ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਘੱਟ ਜਾਂ ਵੱਧ ਆਗੂ ਆ ਜਿਹੜੇ, ਆ ਤੁਸੀਂ ਦੇਖਿਓ ਹੁਣ ਅਗਲੇ ਮਹੀਨੇ ਦੇ ਵਿੱਚ ਡੇਰਿਆਂ 'ਚ ਜਾਣਾ ਸ਼ੁਰੂ ਕਰ ਦੇਣਗੇ। ਉਹਨਾਂ ਨੇ ਜਾਣਾ ਵੀ, ਉੱਥੇ ਗੋਡੇ ਵੀ ਘੁੱਟ ਕੇ ਆਉਣੇ ਆ, ਇਹ ਵੀ ਗੱਲ ਕਹਿਣੀ ਵੀ ਤੁਹਾਡੇ ਕਰਕੇ ਸਾਡੇ ਉੱਤੇ ਕਿਰਪਾ ਹੋ ਜੇ, ਤੇ ਬਾਅਦ ਦੇ ਵਿੱਚ ਅਸੀਂ ਪੰਜਾਬ ਦਾ ਬਹੁਤ ਕੁਝ ਸਵਾਰ ਦਿਆਂਗੇ। ਉਦੋਂ ਸ਼੍ਰੋਮਣੀ ਕਮੇਟੀ ਬੋਲੇ, ਉਦੋਂ ਤਖਤਾਂ ਦੇ ਜਥੇਦਾਰ ਸਾਹਿਬਾਨ ਜਿਹੜੇ ਸਤਿਕਾਰਯੋਗ ਆ, ਉਹ ਇਸ ਮਾਮਲੇ ਦੇ ਉੱਤੇ ਬੋਲਣ ਵੀ ਜਿਹੜਾ ਵੀ ਡੇਰੇ ਦੇ ਉੱਤੇ ਜਾਊਗਾ ਨਾ, ਜਿਹੜਾ ਨੱਕ ਰਗੜੂਗਾ, ਜਿਹੜਾ ਵੋਟਾਂ ਮੰਗੂਗਾ, ਉਹਨੂੰ ਅਸੀਂ ਪੰਥ ਦੇ ਵਿੱਚੋਂ ਛੇਕ ਦੇਣਾ। ਕਦੇ ਇਹੋ ਜੀ ਗੱਲ ਕਿਉਂ ਨਹੀਂ ਕਰਦੇ ਜੀ? ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਾਈ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਹਰਮਨ ਜੀ, ਕਦੇ ਨਾ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਵੀ ਸਾਡੇ ਪੰਜਾਬ ਵਾਸੀ, ਅਸੀਂ ਪੰਜਾਬੀ ਜਿਹਦੇ ਵਿੱਚ ਅਸੀਂ ਵੀ ਸ਼ਾਮਲ ਆ ਜੀ, ਇਹ ਕਿਹੜੀਆਂ ਗੱਲਾਂ ਦੇ ਵਿੱਚ ਪਏ ਆ, ਕਿਹੜੇ ਚੱਕਰਾਂ ਦੇ ਵਿੱਚ ਉਲਝੇ ਹੋਏ ਆ। ਕੱਲ ਕੁਝ ਕੁ ਹਿੰਦੂ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦੇ ਲਈ ਪ੍ਰਦਰਸ਼ਨ ਕੀਤਾ ਗਿਆ ਵੀ ਸੂਬੇ ਦੇ ਵਿੱਚ ਅਗਲਾ ਮੁੱਖ ਮੰਤਰੀ ਦਾ ਚਿਹਰਾ ਉਹ ਹਿੰਦੂ ਕਿਉਂ ਨਹੀਂ, ਹਿੰਦੂ ਚਿਹਰਾ ਐਲਾਨਣਾ ਚਾਹੀਦਾ। ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਹੁਣ ਹਿੰਦੂ ਮੁੱਖ ਮੰਤਰੀ ਬਣਾਉਣ ਦੀ ਗੱਲ ਨਹੀਂ ਛਿੜਦੀ? ਇਸ ਤੋਂ ਪਹਿਲਾਂ ਕੋਈ ਪਾਰਟੀ ਇਹ ਗੱਲ ਕਹਿ ਚੁੱਕੀ ਅਸੀਂ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਵਾਂਗੇ, ਕੋਈ ਕਹਿੰਦੀ ਅਸੀਂ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਵਾਂਗੇ, ਕੋਈ ਕਹਿੰਦੀ ਅਸੀਂ ਨਾ ਉਪ ਮੁੱਖ ਮੰਤਰੀ ਦਲਿਤ ਚਿਹਰੇ ਨੂੰ ਬਣਾਵਾਂਗੇ, ਕੋਈ ਕਹਿੰਦਾ ਜੀ ਅਸੀਂ ਹਿੰਦੂ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਵਾਂਗੇ।
ਤੇ ਸਵਾਲ ਇਹ ਪੈਦਾ ਹੁੰਦਾ ਵੀ ਅਸੀਂ ਹਿੰਦੂ ਸਿੱਖ ਦਲਿਤ ਮੁਸਲਮਾਨ ਇਹਨਾਂ ਚੱਕਰਾਂ ਦੇ ਵਿੱਚੋਂ ਉੱਤੇ ਕਦੋਂ ਉੱਠਾਂਗੇ। ਇਸ ਵਕਤ ਇਹ ਗੱਲ ਕਿਉਂ ਨਹੀਂ ਸੋਚੀ ਜਾ ਰਹੀ, ਕੋਈ ਧਿਰ ਇਹ ਗੱਲ ਕਿਉਂ ਨਹੀਂ ਕਹਿੰਦੀ ਅਸੀਂ ਸਿਆਣੇ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ, ਅਸੀਂ ਪੰਜਾਬ ਦੇ ਹਰ ਮਸਲੇ ਨੂੰ ਹੱਲ ਕਰਨ ਦੇ ਕਾਬਿਲ ਬੰਦੇ ਨੂੰ ਮੁੱਖ ਮੰਤਰੀ ਬਣਾਵਾਂਗੇ, ਅਸੀਂ ਧਰਮ ਨਿਰਪੱਖਤਾ ਦੇ ਵਿੱਚ ਯਕੀਨ ਰੱਖਣ ਵਾਲੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ, ਅਸੀਂ ਪੰਜਾਬ ਦੇ ਵਿਗੜੇ ਹੋਏ ਮਾਹੌਲ ਨੂੰ ਠੀਕ ਕਰਨ ਵਾਲੇ ਬੰਦੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ, ਅਸੀਂ ਆਹ ਪੱਤਾ ਖੇਡਾਂਗੇ, ਅਸੀਂ ਆਹ ਪੱਤਾ ਖੇਡਾਂਗੇ। ਗੁਰੂ ਸਾਹਿਬਾਨ ਨੇ ਸਾਨੂੰ ਇਸ ਧਰਤੀ ਦੇ ਉੱਤੇ ਜਾਤ ਪਾਤ ਦੇ ਚੱਕਰ ਦੇ ਵਿੱਚੋਂ ਮੁਕਤ ਹੋਣ ਲਈ ਕਿਹਾ ਤੇ ਪੰਜਾਬ ਦੇ ਵਿੱਚ ਉਸੇ ਜਾਤ ਪਾਤ ਦੀਆਂ ਗੱਲਾਂ ਫਿਰ ਚੱਲਦੀਆਂ ਤੇ ਕੋਈ ਬੋਲਦਾ ਹੀ ਨਹੀਂ। ਕੋਈ ਸਿੱਖ ਜਥੇਬੰਦੀ, ਕੋਈ ਹਿੰਦੂ ਜਥੇਬੰਦੀ, ਕੋਈ ਮੁਸਲਿਮ ਜਥੇਬੰਦੀ ਇਸ ਗੱਲ ਦੇ ਬਾਬਤ ਉੱਠ ਕੇ ਗੱਲ ਕਰਦੀ ਆ ਵੀ ਨਹੀਂ ਜੀ ਧਰਮ ਨਿਰਪੱਖ ਗੱਲ ਕਰੋ। ਤੁਸੀਂ ਧਾਰਮਿਕ ਮਸਲੇ ਨੂੰ ਕਿਉਂ ਵਿੱਚ ਲੈ ਕੇ ਆਉਨੇ ਆ? ਤੁਸੀਂ ਜਾਤ ਪਾਤ ਦਾ ਮਸਲਾ ਕਿਹੜੀ ਗੱਲੋਂ ਵਿੱਚ ਲੈ ਕੇ ਆਉਨੇ ਆ? ਮੈਂ ਇਹੀ ਕਹਿਣ ਲੱਗੀ ਸੀ ਵੀ ਕਿਸੇ ਨੇ ਉਹਨਾਂ ਨੂੰ ਤਾਂ ਸਵਾਲ ਕੀਤਾ ਹੀ ਨਹੀਂ ਵੀ ਤੁਸੀਂ ਇਹ ਗੱਲ ਕਿਹੜੀ ਗੱਲੋਂ ਕਹਿੰਦੇ ਹੋ ਵੀ ਦਲਿਤ ਉਪ ਮੁੱਖ ਮੰਤਰੀ ਹੋਊਗਾ ਜਾਂ ਦਲਿਤ ਮੁੱਖ ਮੰਤਰੀ ਹੋਊਗਾ, ਹਿੰਦੂ ਉਪ ਮੁੱਖ ਮੰਤਰੀ ਹੋਊਗਾ, ਸਿੱਖ ਮੁੱਖ ਮੰਤਰੀ ਹੋਊਗਾ। ਇਹ ਗੱਲਾਂ ਤੁਸੀਂ ਕਿਉਂ ਕਰਦੇ ਹੋ? ਸਾਨੂੰ ਇੱਕ ਨਿਰਪੱਖ, ਇੱਕ ਚੰਗਾ ਇਮਾਨਦਾਰ ਬੰਦਾ ਚਾਹੀਦਾ ਹੈ। ਸਾਨੂੰ ਧਰਮ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ। ਸਾਡੇ ਵੱਲੋਂ ਦੇਖੋ ਇਹ ਸਭ ਤੋਂ ਵੱਡੀ ਚੀਜ਼ ਹੈ ਟੈਣਾ ਸਾਹਿਬ, ਤੁਸੀਂ ਇਹਦੇ ਨਾਲ ਸਹਿਮਤ ਹੋਵੋਗੇ ਕਿ ਚਾਹੇ ਮੁੱਖ ਮੰਤਰੀ ਕੋਈ ਹਿੰਦੂ ਹੋਏ, ਸਿੱਖ ਹੋਏ, ਈਸਾਈ ਹੋਏ, ਕੋਈ ਵੀ ਹੋਵੇ, ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਕਿਉਂਕਿ ਪੰਜਾਬ ਨੂੰ ਇਮਾਨਦਾਰ ਬੰਦੇ ਦੀ ਜ਼ਰੂਰਤ ਹੈ। ਉਹ ਚਾਹੇ ਫਿਰ ਕਿਸੇ ਵੀ ਧਰਮ ਨਾਲ ਸੰਬੰਧਿਤ ਹੋ ਸਕਦਾ ਹੈ। ਸੋ ਇਸ ਲਈ ਲੋਕ ਤਾਂ ਉਹਨੂੰ ਵੀ ਵੋਟਾਂ ਪਾਉਣਗੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਹੋਵੇ। ਇੱਕ ਮੈਂ ਤੁਹਾਨੂੰ ਹੋਰ ਦੱਸਦਾ ਵੀ ਹੁਣ 5 ਸੂਬਿਆਂ ਦੇ ਵਿੱਚ ਅਗਲੇ ਵਰੇ ਚੋਣਾਂ ਹੋਣੀਆਂ। ਉਹਦੇ ਚ ਪੰਜਾਬ ਵੀ ਆ, ਉੱਤਰਾਖੰਡ ਵੀ ਆ, ਯੂਪੀ ਵੀ ਆ, ਹੋਰ ਸੂਬੇ ਵੀ ਆ। ਹੁਣ ਬੀਜੇਪੀ ਦੇ ਵੱਲੋਂ ਨਾ ਇੱਕ ਸਰਵੇਖਣ ਕਰਵਾਇਆ ਜਾ ਰਿਹਾ ਜੀ। ਉਹਨੇ 5 ਸੂਬਿਆਂ ਦੇ ਵਿੱਚੋਂ ਸਰਵੇਖਣ ਕਰਵਾਉਣਾ ਸ਼ੁਰੂ ਕੀਤਾ ਜਾਂ ਕਰਨ ਲੱਗੇ ਆ। ਉਹਦੇ ਵਿੱਚ ਲੋਕਾਂ ਦੇ ਕੋਲੋਂ ਸਵਾਲ ਪੁੱਛੇ ਜਾ ਰਹੇ ਆ ਵੀ ਕੀ ਧਾਰਾ 370 ਦੇ ਮਾਮਲੇ ਉੱਤੇ ਸਹਿਮਤ ਹੋ? ਰਾਮ ਮੰਦਿਰ ਦੀ ਉਸਾਰੀ ਦੇ ਨਾਲ ਬਿਲਕੁਲ ਸਹਿਮਤ ਹੋ? ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਜੋ ਕੰਮ ਕਾਜ ਕੀਤੇ ਇਹਦੇ ਨਾਲ ਬਿਲਕੁਲ ਸਹਿਮਤ ਹੋ? ਮੈਂ ਇਹ ਸੋਚਦਾ ਵੀ ਯਾਰ ਫੇਰ ਉਹੀ ਗੱਲ, ਧਰਮ ਦਾ ਪੱਤਾ ਫੇਰ ਆ ਗਿਆ। ਧਾਰਾ 370 ਤੇ 3 ਤਲਾਕ ਦੀ ਗੱਲ ਫੇਰ ਆ ਗਈ। ਤੁਸੀਂ ਇਹ ਕਿਉਂ ਨਹੀਂ ਪੁੱਛਦੇ ਵੀ ਤੇਲ ਦੀਆਂ ਕੀਮਤਾਂ ਕਰਕੇ ਜਿਹੜੀ ਚੀਕ ਨਿਕਲੀ ਆ ਉਹਦੇ ਨਾਲ ਸਹਿਮਤ ਹੋ? ਤੁਸੀਂ ਇਹ ਕਿਉਂ ਨਹੀਂ ਪੁੱਛਦੇ ਸਿਲੰਡਰ ਦੀ ਕੀਮਤ ਵੱਧ ਗਈ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਆਕਸੀਜਨ ਦੀ ਘਾਟ ਕਰਕੇ ਲੋਕਾਂ ਦੀ ਮੌਤ ਹੋਈ ਆ, ਉਹਨਾਂ ਦੇ ਟੱਬਰ ਸਾਡੇ ਬਾਰੇ ਕੀ ਸੋਚਦੇ ਆ? ਦੇਸ਼ ਦੇ ਵਿੱਚ ਬੇਰੁਜ਼ਗਾਰੀ ਆ ਜਿਹੜੀ ਉਹ ਵੱਧ ਗਈ ਆ, ਇਹਦੇ ਬਾਬਤ ਤੁਸੀਂ ਕੀ ਕਹਿੰਦੇ ਹੋ? ਜਿਹੜੀਆਂ ਗੱਲਾਂ ਪੁੱਛਣੀਆਂ ਚਾਹੀਦੀਆਂ, ਸਰਵੇਖਣ ਕਰਨੇ ਚਾਹੀਦੇ ਆ, ਉਧਰਲੇ ਪਾਸਿਓਂ ਮੂੰਹ ਹਟਾ ਲੈਂਦੇ ਆ, ਮੂੰਹ ਪਰੇ ਕਰ ਲੈਂਦੇ ਆ। ਤੇ ਉਹ ਗੱਲਾਂ ਵੀ ਭਾਈ ਧਰਮ ਦੇ ਨਾਂ ਦੇ ਉੱਤੇ ਐਂ ਗੱਲ ਕਰਦੇ ਸਹਿਮਤ ਹੋ, ਐਂ ਗੱਲ ਕਰਾਂਗੇ ਸਹਿਮਤ ਹੋ, ਇਸ ਚੱਕਰ ਦੇ ਵਿੱਚ ਫਿਰ ਉਲਝੇ ਪਏ। ਪਰ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਪਊਗਾ ਨਾ ਟੈਣਾ ਸਾਹਿਬ ਕਿ ਅਸੀਂ ਵੰਡੀਆਂ ਪਾਉਣਾ ਚਾਹੁੰਦੇ ਆ ਜਾਂ ਮਿਟਾਉਣਾ ਚਾਹੁੰਦੇ ਆ। ਜੇਕਰ ਅਸੀਂ ਹੀ ਇਹਨਾਂ ਵਲਗਣਾ ਤੋਂ ਉੱਪਰ ਨਹੀਂ ਉੱਠਣਾ ਚਾਹੁੰਦੇ ਤਾਂ ਫਿਰ ਉਹ ਲੋਕ ਤਾਂ ਫਾਇਦਾ ਚੁੱਕਣਗੇ ਹੀ ਨਾ, ਚਾਹੇ ਉਹ ਕੋਈ ਵੀ ਪਾਰਟੀ ਹੋਏ। ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੀ। ਇਹ ਪਾਰਟੀਆਂ, ਇਹ ਸਿਆਸਤਦਾਨ ਤਾਂ ਅੱਗੇ ਸਾਨੂੰ ਵੰਡਣਾ ਚਾਹੁੰਦੇ ਆ ਤੇ ਅਸੀਂ ਵੰਡ ਹੋ ਰਹੇ ਆ। ਸੋ ਗੱਲ ਇਹ ਹੈ ਕਿ ਇਹ ਤਾਂ ਸਾਨੂੰ ਸਵਾਲ ਕਰਨੇ ਚਾਹੀਦੇ ਵੀ ਆਹ ਸਵਾਲ ਨਹੀਂ, ਮੇਰਾ ਆਹ ਜਵਾਬ ਹੈ, ਮੈਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ ਵੀ ਇਦਾਂ ਕਿਉਂ ਹੋਇਆ, ਇਦਾਂ ਕਿਉਂ ਹੋਇਆ, ਇਦਾਂ ਕਿਉਂ ਹੋਇਆ। ਇਹ ਅਸੀਂ ਤਾਂ ਹੀ ਕਰ ਸਕਾਂਗੇ ਜੇਕਰ ਅਸੀਂ ਥੋੜਾ ਜਿਹਾ ਕਪਾਟ ਖੋਲਾਂਗੇ ਤੇ ਅਸੀਂ ਸੋਚ ਸਕਾਂਗੇ ਵੀ ਸਾਡੇ ਨਾਲ ਇਹਨਾਂ ਸਾਲਾਂ ਦੇ ਵਿੱਚ ਕੀ ਕੁਝ ਹੋਇਆ ਤੇ ਕੀ ਕੁਝ ਅਸੀਂ ਹੰਡਾਇਆ। ਕਰੋਨਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਘਰਾਂ 'ਚ ਸੱਥਰ ਵਿਛ ਗਏ, ਕਿਵੇਂ ਲੋਕੀ ਭੁੱਖੇ ਪਿਆਸੇ ਉਹਨਾਂ ਨੇ ਆਪਣੀ ਜ਼ਿੰਦਗੀ ਕੱਢੀ। ਇਹ ਸਾਰੀਆਂ ਗੱਲਾਂ ਜ਼ਿਹਨ 'ਚ ਬਿਠਾਉਣ ਦੀ ਲੋੜ ਹੈ। ਮੇਰੀ ਨਾ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਦੇਸ਼ ਸਮੁੱਚੇ ਦੇ ਲੋਕਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਇਹ ਦੱਸੋ ਜਿਹੜੇ ਕਹਿੰਦੇ ਵੀ ਸਿੱਖ ਚਿਹਰੇ ਹੋਣੇ ਚਾਹੀਦੇ ਆ, ਉਹਨਾਂ ਨੇ ਗੁਰੂ ਸਾਹਿਬਾਨ ਦੇ ਵੱਲੋਂ ਦਿੱਤੇ ਗਏ ਫਲਸਫੇ ਦੇ ਉੱਤੇ ਕਿੰਨਾ ਕੁ ਅਮਲ ਕੀਤਾ? ਬਿਲਕੁਲ ਸਹੀ। ਉਹ ਆਪ ਵਧੀਆ ਸਿੱਖ ਸਾਬਤ ਹੋਣ ਦੇ ਲਈ ਅੱਜ ਤੱਕ ਕੀ ਕੁਝ ਕੀਤਾ ਉਹਨਾਂ ਨੇ ਮਨੁੱਖਤਾ ਦੇ ਲਈ। ਜਿਹੜੇ ਇਹ ਗੱਲ ਕਹਿੰਦੇ ਵੀ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ, ਉਹਨਾਂ ਨੂੰ ਇਹ ਦੱਸਣਾ ਚਾਹੀਦਾ ਵੀ ਦੇਵੀ ਦੇਵਤਿਆਂ ਦੇ ਕਹੇ ਦੇ ਮੁਤਾਬਕ ਜਾਂ ਜਿਹੜੇ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਗੀਤਾ ਦੇ ਵਿੱਚ ਉਪਦੇਸ਼ ਦਿੱਤੇ ਹੋਏ ਆ, ਉਹਦੇ ਮੁਤਾਬਕ ਆਪਾਂ ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਵਧੀਆ ਬਸਰ ਕਰਦੇ ਹਾਂ। ਜੇਕਰ ਅਸੀਂ ਮੁਸਲਮਾਨ ਧਰਮ ਦੀ ਗੱਲ ਕਰਦੇ ਹਾਂ ਤਾਂ ਜੇਕਰ ਉਧਰ ਗੱਲ ਚੱਲਦੀ ਹੈ ਜੀ ਕਿ ਮੁਸਲਮਾਨ ਧਰਮ ਦਾ ਬੰਦਾ ਇਉਂ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਅਸੀਂ ਕੁਰਾਨ ਸ਼ਰੀਫ ਦੇ ਕਹੇ ਮੁਤਾਬਕ ਕਿੰਨਾ ਕੁ ਚੱਲਦੇ, ਕਦੇ ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਬਿਲਕੁਲ ਸਹੀ। ਟੈਣਾ ਸਾਹਿਬ, ਇੱਕ ਚੀਜ਼ ਸਾਡੇ ਜ਼ਿਹਨ ਦੇ ਵਿੱਚੋਂ ਵਾਰ-ਵਾਰ ਨਿਕਲ ਜਾਂਦੀ ਹੈ ਕਿ ਕਰੋਨਾ ਮੁੱਕਿਆ ਨਹੀਂ, ਘਟਿਆ ਜ਼ਰੂਰ ਹੈ। ਇਹ ਫੇਰ ਵੱਧ ਰਿਹਾ, ਜਿਹੜਾ ਘਟਿਆ ਸੀ ਉਹ ਸਾਡੀਆਂ ਗੱਲਾਂ ਦੇ ਕਰਕੇ, ਸਾਡੇ ਕਾਰਨਾਂ ਦੇ ਕਰਕੇ ਇੱਕ ਵਾਰ ਫੇਰ ਵਧਣਾ ਸ਼ੁਰੂ ਹੋ ਗਿਆ। ਆ ਲੁਧਿਆਣੇ ਤੋਂ ਖਬਰ ਆਈ ਆ, ਲੁਧਿਆਣੇ ਦੇ 2 ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਰੈਪਿਡ ਟੈਸਟ ਕੀਤਾ, ਜਿਹਨੂੰ ਅਚਾਨਕ ਟੈਸਟ ਕਹਿੰਦੇ ਆ। ਉੱਥੇ 41 ਵਿਦਿਆਰਥੀਆਂ ਦਾ ਟੈਸਟ ਕੀਤਾ, 21 ਜਣੇ ਕਰੋਨਾ ਪੋਜ਼ਿਟਿਵ ਨਿਕਲੇ। ਮਤਲਬ ਅੱਧੇ ਹੋ ਗਏ ਮਤਲਬ ਇਹ ਆ। ਤੇ ਪੰਜਾਬ ਦੇ ਵਿੱਚ ਇਸ ਵਕਤ ਫੇਰ ਸਰਕਾਰ ਆ ਜਿਹੜੀ ਉਹ ਸ਼ਸ਼ੋਪੰਜ ਦੇ ਵਿੱਚ ਹੈ, ਸਿਹਤ ਮਹਿਕਮਾ ਸ਼ਸ਼ੋਪੰਜ ਦੇ ਵਿੱਚ ਹੈ, ਸਿੱਖਿਆ ਮਹਿਕਮਾ ਸ਼ਸ਼ੋਪੰਜ ਦੇ ਵਿੱਚ ਹੈ ਵੀ ਸਕੂਲ ਕਿਤੇ ਦੁਬਾਰਾ ਨਾ ਬੰਦ ਕਰਨੇ ਪੈ ਜਾਣ। ਹਿਮਾਚਲ ਪ੍ਰਦੇਸ਼ ਦੇ ਵਿੱਚ ਸਕੂਲ ਫੇਰ ਬੰਦ ਕਰਨੇ ਪੈ ਗਏ ਆ ਕਿਉਂਕਿ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਆ। ਪਿਛਲੇ 6-7 ਦਿਨਾਂ ਦੇ ਵਿੱਚ 1400 ਤੋਂ ਵੱਧ ਕਰੋਨਾ ਮਰੀਜ਼ ਨਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਆਏ ਆ। ਤੇ ਇਹ ਕਿਉਂ ਆਏ ਆ? ਕਿਉਂਕਿ ਕੁਰਬਲ ਇਹੀ ਚੱਲੀ ਜਾਂਦਾ ਉੱਥੇ। ਇੱਕਦਮ ਟੁੱਟ ਕੇ ਪੈ ਗਏ ਲੋਕ ਵੀ ਹਿਮਾਚਲ ਨੂੰ ਚੱਲੋ,
ਘਰਾਂ ਦੇ ਵਿੱਚ ਕੁੱਕੜਾਂ ਵਾਂਗੂ ਤਾੜੇ ਪਏ ਸੀ, ਪਰਵਾਹ ਹੀ ਕਿਸੇ ਨੂੰ ਕੋਈ ਨਹੀਂ। ਅਸੀਂ ਪਤਾ ਨਹੀਂ ਕਿਉਂ ਨਾ ਸੱਚੀ ਲੋਕਾਂ ਨੇ ਇਸੇ ਤਰੀਕੇ ਦੇ ਨਾਲ ਵਤੀਰਾ ਕੀਤਾ ਕਿ ਜਿਵੇਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਅੰਦਰ ਕਮਰਿਆਂ 'ਚ ਬੰਦ ਸੀ, ਵੀ ਫਟਾਫਟ ਨਿਕਲੋ ਤੇ ਬਾਹਰ ਘੁੰਮ ਲਓ। ਠੀਕ ਹੈ, ਘੁੰਮਣਾ ਫਿਰਨਾ ਚਾਹੀਦਾ ਹੈ, ਬੰਦੇ ਨੂੰ ਹੁੰਦਾ ਹੈ ਕਿ ਥੋੜਾ ਜਿਹਾ ਆਜ਼ਾਦੀ ਵਾਲਾ ਅਹਿਸਾਸ ਹੋਵੇ, ਪਰ ਨਾਲ ਦੀ ਨਾਲ ਅਸੀਂ ਵੀ ਤਾਂ ਵੇਖੀਏ ਵੀ ਇਹ ਬਿਮਾਰੀ ਕਿੰਨੀ ਜ਼ਿਆਦਾ ਘਾਤਕ ਆ। ਇਹ ਬਿਮਾਰੀ ਪੂਰੀ ਤਰ੍ਹਾਂ ਮੁੱਕੀ ਨਹੀਂ, ਜਦੋਂ ਮੁੱਕ ਜਾਵੇ ਉਦੋਂ ਜਿੱਥੇ ਮਰਜ਼ੀ ਜਾਓ, ਕੋਈ ਨਹੀਂ ਰੋਕ ਰਿਹਾ। ਪਰ ਗੱਲ ਇਹ ਹੈ ਕਿ ਹੁਣ ਫਿਰ ਤੋਂ ਇਹ ਬਿਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ, ਔਰ ਉਹਦੇ ਕਰਕੇ ਹੁਣ ਹਿਮਾਚਲ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਕੋਈ ਵੀ ਬੰਦਾ ਜਿਹੜਾ ਆ ਉਹ ਐਂਟਰ ਨਹੀਂ ਕਰ ਸਕਦਾ। ਜੇ ਉਹਨੇ ਐਂਟਰ ਕਰਨਾ ਹੈ ਤਾਂ ਉਹਦੇ ਦੋਨੋਂ ਟੀਕੇ ਲੱਗੇ ਹੋਣੇ ਚਾਹੀਦੇ ਆ ਤੇ ਨੈਗੇਟਿਵ ਰਿਪੋਰਟ ਉਹਦੇ ਕੋਲ ਹੋਣੀ ਚਾਹੀਦੀ ਹੈ। ਜਾਂ ਤਾਂ ਉਹਦੇ ਕੋਲੇ ਨੈਗੇਟਿਵ ਰਿਪੋਰਟ ਹੋਵੇ ਵੀ ਇਹਨੂੰ ਕਰੋਨਾ ਹੈ ਨਹੀਂ, 48 ਘੰਟੇ ਪੁਰਾਣੀ ਹੋਵੇ ਰਿਪੋਰਟ, ਬਿਲਕੁਲ, ਤੇ ਜਾਂ ਫਿਰ ਦੋਨੇ ਕਰੋਨਾ ਦੇ ਟੀਕੇ ਲੱਗੇ ਹੋਣ, ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣ, ਤੇ ਉਹਦੇ ਕੋਲੇ ਸਰਟੀਫਿਕੇਟ ਹੋਵੇ ਕਿ ਆ ਜੀ ਮੇਰਾ ਸਰਟੀਫਿਕੇਟ ਹੈ, ਮੇਰੇ ਦੂਜਾ ਟੀਕਾ ਵੀ ਲੱਗਿਆ ਹੋਇਆ। ਸੋ ਥੋੜੀ ਕੁ ਦੇਰ ਦੇ ਲਈ ਖੁੱਲ੍ਹ ਦਿੱਤੀ ਤੇ ਲੋਕਾਂ ਨੇ ਕਮਾਲਾਂ ਕਰਤੀਆਂ ਉੱਥੇ ਜਾ ਕੇ। ਉਸ ਝੂਲੇ ਦੇ ਉੱਤੇ ਜਿੱਥੇ 10 ਜਣੇ ਬਹਿ ਸਕਦੇ, 50-50 ਜਣੇ ਫਸ ਕੇ ਬਹਿ ਗਏ। ਅਸੀਂ ਵੀ ਧੂੜਾ ਹੀ ਪੱਟ ਦਿੰਦੇ ਨੇ, ਹਟਦੇ ਉੱਥੇ, ਭਾਵੇਂ ਢਿੱਗਾਂ ਡਿੱਗੀ ਜਾਂਦੀਆਂ, ਫਿਰ ਜਾਂਦੇ ਆ ਵੀ ਆਪਾਂ ਜਾਣਾ ਯਾਰ ਜੀ, ਹੈ ਨਾ, ਵੀ ਪਤਾ ਨਹੀਂ ਕੀ ਹੋ ਗਿਆ, ਸੱਚੀ ਧੂੜਾ ਹੀ ਪੱਟੀ ਜਾਂਦੇ ਜਿੱਥੇ ਜਾਂਦੇ ਆ। ਥੋੜਾ ਜਿਹਾ ਤਾਂ ਸੋਚੀਏ ਵੀ ਕੋਈ ਗੱਲ ਨਹੀਂ, ਬਿਮਾਰੀ ਮੁੱਕ ਜਾਣੀ ਹੈ। ਮੈਂ ਤਾਂ ਕਦੇ-ਕਦੇ ਹੈਰਾਨ ਹੁੰਨਾ ਵੀ ਕਿਸੇ ਦੇ ਲਈ ਕੋਈ ਸਮੱਸਿਆ ਵਰਦਾਨ ਸਾਬਤ ਹੁੰਦੀ ਆ ਤੇ ਬਾਕੀ ਆਮ ਲੋਕਾਂ ਦੇ ਲਈ ਆਫਤ ਬਣ ਜਾਂਦੀ ਆ। ਜਿਹੜੇ ਲੋਕ ਲੈਬੋਰਟਰੀਆਂ ਦੇ ਵਿੱਚ ਠੱਗੀਆਂ ਕਰਦੇ, ਜਿਵੇਂ ਅੰਮ੍ਰਿਤਸਰ ਦੀ ਇੱਕ ਲੈਬੋਰਟਰੀ ਆ, ਉਹਨਾਂ ਨੇ ਤਾਂ ਕਰੋੜਾਂ ਰੁਪਈਆ, ਲੱਖਾਂ ਰੁਪਈਆ ਕਮਾ ਲਿਆ ਇਸ ਗੱਲ ਦੇ ਵਿੱਚੋਂ। ਆ ਹੁਣ ਤੁਸੀਂ 에ਅਰਲਾਈਨ ਕੰਪਨੀਆਂ ਦੀ ਗੱਲ ਕਰ ਲਓ, ਵੱਖ-ਵੱਖ ਦੇਸ਼ਾਂ ਨੂੰ ਭਾਰਤ ਦੀਆਂ ਕਰੋਨਾ ਨੈਗੇਟਿਵ ਰਿਪੋਰਟਾਂ ਦੇ ਉੱਤੇ ਯਕੀਨ ਹੀ ਨਹੀਂਗਾ। ਉਹਨਾਂ ਨੇ ਇਸੇ ਕਰਕੇ ਜਿਹੜੀਆਂ 에ਅਰਲਾਈਨਾਂ, ਹਵਾਈ ਕੰਪਨੀਆਂ ਜਿਹੜੀਆਂ, ਉਹਨਾਂ ਨੇ ਵੱਖ-ਵੱਖ ਹੋਰ ਦੇਸ਼ਾਂ ਦੇ ਵਿੱਚ, ਕੈਨੇਡਾ ਦੇ ਵਿੱਚ, ਹੋਰ ਥਾਵਾਂ ਦੇ ਉੱਤੇ ਲੋਕ ਪਹੁੰਚਾਉਣੇ ਸ਼ੁਰੂ ਕੀਤੇ ਆ। 70-80 ਹਜ਼ਾਰ ਵਾਲੀ ਟਿਕਟ ਆ ਜਿਹੜੀ, ਉਹ ਹੋ ਗਈ 2.5-3 ਲੱਖ ਰੁਪਈਏ ਦੀ। ਤੇ ਨਾਲੇ ਤੁਸੀਂ ਕਦੇ ਦੁਬਈ ਦੇ ਵਿੱਚ ਜਾਂ ਉੱਥੇ ਤੁਸੀਂ ਮੈਕਸੀਕੋ ਦੇ ਰਾਹੀਂ ਜਾਣਾ, ਉਸ ਥਾਂ ਤੇ ਕਰੋਨਾ ਟੈਸਟ ਤੁਹਾਡਾ ਆਪਣਾ ਹੋਊਗਾ, ਉਸ ਥਾਂ ਦੀ ਵੀਜ਼ਾ ਫੀਸ, ਉਸ ਥਾਂ ਦੇ ਵਿੱਚ ਇਕਾਂਤਵਾਸ ਰਹਿਣਾ। ਯਾਨੀ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜੇਕਰ ਦਾਖਲ ਹੋਣਾ ਤਾਂ ਸਾਡੇ ਭਾਰਤ ਦੀਆਂ ਰਿਪੋਰਟਾਂ ਦੇ ਉੱਤੇ ਯਕੀਨ ਇਸ ਕਰਕੇ ਨਹੀਂ ਕਿਉਂਕਿ ਇੱਥੇ ਨਕਲੀ ਬਹੁਤ ਬਣੀਆਂ ਜੀ। ਕਿਉਂਕਿ ਫੋਨ ਕਰਕੇ ਕਹਿ ਦਿੱਤਾ ਜਾਂਦਾ ਸੀ ਕਿ 8 ਰਿਪੋਰਟਾਂ ਕਰਨੀ ਯਾਰ ਨੈਗੇਟਿਵ, ਤੇ ਉਹ ਕਹਿੰਦਾ ਸੀ ਇੰਨੇ ਪੈਸੇ ਲੱਗਣਗੇ, 3000 ਦੇ ਹਿਸਾਬ ਨਾਲ 24000 ਰੁਪਇਆ ਖਾਤੇ 'ਚ ਪਾਓ, 8 ਰਿਪੋਰਟਾਂ ਤੁਹਾਡੇ ਘਰੇ ਭੇਜ ਦਿੰਦੇ ਆ। ਇਹਨਾਂ ਗੱਲਾਂ ਦੇ ਕਰਕੇ ਭਾਰਤ ਦਾ ਅਕਸ ਜਿਹੜਾ ਖਰਾਬ ਹੋਇਆ, ਤੇ ਉਹਦੇ ਕਰਕੇ 에ਅਰਲਾਈਨ ਕੰਪਨੀਆਂ ਦੇ ਵਿੱਚੋਂ ਕਈਆਂ ਨੇ ਜਿਹੜੀ ਲੁੱਟ ਬਚਾਈ ਆ, ਉਹਦਾ ਵੀ ਭਾਰ ਆ ਜਿਹੜਾ ਉਹ ਸਾਡੀ ਜੇਬ ਦੇ ਉੱਤੇ ਪੈ ਰਿਹਾ। ਜਿਹੜੇ ਵਿਦਿਆਰਥੀ ਇਸ ਵਕਤ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਆ, ਕੈਨੇਡਾ ਦੇ ਵਿੱਚ ਪੜ੍ਹਨ ਦੇ ਲਈ, ਉਹਨਾਂ ਦੇ ਮਾਪਿਆਂ ਨੂੰ ਪੁੱਛੋ ਵੀ ਉਹਨਾਂ ਦੇ ਉੱਤੇ ਕਿੰਨਾ ਭਾਰ ਪਿਆ। ਹਰਮਨ ਜੀ, 22 ਸਾਲ ਬਾਅਦ ਬੰਦਾ ਘਰੇ ਆਇਆ ਤੇ ਘਰ ਵਾਲੀ ਨੇ ਪਛਾਣ ਲਿਆ। ਤੇ ਘਰ ਵਾਲੀ ਕਿਉਂ ਨਾ ਪਛਾਣੂਗੀ ਬਈ? 22 ਸਾਲ ਬਾਅਦ ਆਇਆ ਤੇ ਪਛਾਣ ਲੁਕੋ ਕੇ ਆਇਆ, ਭੇਸ ਬਦਲ ਕੇ ਆਇਆ, ਆਵਾਜ਼ ਤੋਂ, ਚਾਲ ਢਾਲ ਤੋਂ ਪਤਾ ਲਾ ਲਿਆ ਵੋਟੀ ਨੇ। ਹਾਂਜੀ, ਵੀ ਭਾਈ ਇਹ ਤਾਂ ਬੰਨੂ ਦਾ ਪਾਪਾ, ਗੀਟੂ ਦਾ ਪਾਪਾ। ਇਹ ਤਾਂ ਆ ਕਿਹੜਾ ਨਾਂ ਸੀ? ਐਂ ਹੁੰਦਾ ਆ ਨੰਨੂ ਛੰਨੂ ਮੰਨੂ ਤਾਂ ਹੁੰਦੇ ਆ, ਆ ਕਿਹੜਾ ਆ ਗਿਆ ਗੀਟੂ? ਐਂ ਹੁੰਦਾ, ਘਰਾਂ ਦੇ ਵਿੱਚ ਲੜਨ ਨਾਲ ਐਂ ਚੱਲਦਾ। ਚਲੋ ਕੋਈ ਨਹੀਂ, ਜਿਹੜਾ ਵੀ ਸੀ, ਪਰ ਇਹ ਪਾਪਾ ਜੀ ਕਿੱਥੋਂ ਆਏ 22 ਸਾਲਾਂ ਬਾਅਦ? ਦੇਖੋ, ਇਹ ਝਾਰਖੰਡ ਤੋਂ ਖਬਰ ਆਈ ਆ। ਇੱਕ ਬੰਦਾ ਆਪਦੇ ਘਰ ਦੇ ਵਿੱਚੋਂ ਨਿਕਲ ਗਿਆ। ਅੱਛਾ ਜੀ। ਉਹ ਕਹਿੰਦਾ ਜੀ ਕਿ ਮੈਂ ਤਾਂ ਹੁਣ ਯੋਗੀ ਬਣ ਜਾਣਾ, ਮੈਂ ਤਾਂ ਹੁਣ ਸਾਧ ਬਣ ਚੱਲਿਆ। ਅੱਛਾ। ਲੋ ਜੀ, 22 ਸਾਲ ਬਾਅਦ ਉਹ ਆਪਦੇ ਪਿੰਡ ਦੇ ਵਿੱਚ ਵਾਪਸ ਆਇਆ। 22 ਸਾਲ ਬਾਅਦ ਇੰਨੇ ਚਿਰ ਦੇ ਵਿੱਚ ਘਰਦਿਆਂ ਨੇ ਸੋਚਿਆ ਵੀ ਉਹ ਮਰ ਮੁੱਕ ਗਿਆ, ਉਹਦੀਆਂ ਜੋ ਅੰਤਮ ਰਸਮਾਂ ਵੀ ਕਰਤੀਆਂ, ਜੋ ਭੋਗ ਪਾਉਣਾ ਸੀ, ਜੋ ਕੁਝ ਕਰਨਾ ਸੀ, ਸਾਰਾ ਕੁਝ ਖਤਮ। ਟੱਬਰ ਦੇ ਜੀ ਵੀ ਲਗਭਗ ਭੁੱਲ ਭੁਲਾ ਗਏ ਹੋਣੇ ਆ। ਜਿਹੜੇ ਨਿਆਣੇ ਉਦੋਂ 3-3 4-4 ਸਾਲ ਦੇ ਸੀ, ਉਹ ਹੁਣ 25-25 ਸਾਲ ਦੇ ਹੋ ਗਏ ਆ। ਪਰ ਜਦੋਂ ਉਹ ਆਇਆ ਤੇ ਘਰ ਵਾਲੀ ਨੇ ਪਛਾਣ ਲਿਆ। ਆਇਆ ਇਸ ਕਰਕੇ ਸੀ ਕਿਉਂਕਿ ਜਿਹੜੇ ਉਹ ਧਰਮ ਸੰਸਥਾ ਦੇ ਨਾਲ ਜੁੜਿਆ ਹੋਇਆ, ਉਹਨੂੰ ਕਿਹਾ ਗਿਆ ਵੀ ਤੈਨੂੰ ਸਿੱਧੀ ਤਾਂ ਪ੍ਰਾਪਤ ਹੋਊਗੀ ਜੇਕਰ ਤੂੰ ਆਪਣੇ ਘਰ ਦੇ ਵਿੱਚ ਜਾ ਕੇ ਵਾਪਸ ਆਪਦੀ ਵਹੁਟੀ ਦੇ ਕੋਲੋਂ ਭੀਖ ਲੈ ਕੇ ਆਵੇਂ। ਭਾਵੇਂ ਭੇਸ ਬਦਲ ਕੇ ਜਾ, ਮੰਗਤਾ ਬਣ ਕੇ ਜਾ, ਯੋਗੀ ਬਣ ਕੇ ਜਾ, ਜੋ ਮਰਜ਼ੀ ਬਣ ਕੇ ਜਾ। ਤੇ ਜਦੋਂ ਆਪਦੇ ਘਰ ਦੇ ਵਿੱਚ ਜਾ ਕੇ ਵਹੁਟੀ ਤੋਂ ਉਹਨੇ ਭੀਖ ਮੰਗੀ ਤੇ ਫਿਰ ਉਹਨੇ ਪਛਾਣ ਲਿਆ, ਕਹਿੰਦੀ ਇਹ ਤਾਂ ਮੰਨੂ ਦਾ ਪਾਪਾ। ਉਹਨੇ ਪਾ ਲਿਆ ਉੱਥੇ ਰੌਲਾ। ਅੱਛਾ ਜੀ। ਉਹ ਜੀ ਚੁੰਬੜ ਗਈ ਉਹਨੂੰ। ਕਹਿੰਦੀ ਸਿਰ ਦਾ ਸਾਈਆਂ ਕਿੱਥੇ ਛੱਡ ਕੇ ਚਲਾ ਗਿਆ ਸੀ। ਇਦਾਂ ਹੀ ਕਿਹਾ। ਨਿਆਣੇ ਵੀ ਚੁੰਬੜ ਗਏ, ਕਹਿੰਦੇ ਪਾਪਾ ਪਾਪਾ ਗਿਆ ਕਿੱਥੇ ਸੀਗਾ? ਅਸੀਂ ਤਾਂ ਸਮਝੇ ਤੂੰ ਮਰ ਗਿਆ। ਉਹ ਕਹਿੰਦਾ ਨਹੀਂ, ਗੱਲ ਪਹਿਲਾਂ ਸੁਣੋ ਪੂਰੀ। ਉਹ ਕਹਿੰਦਾ ਨਹੀਂ, ਮੈਂ ਸਿੱਧੀ ਪ੍ਰਾਪਤ ਕਰਨ ਦੇ ਲਈ ਆਇਆ। ਅੱਛਾ ਜੀ। ਮੈਂ ਤੁਹਾਡੇ ਕੋਲੇ ਰੁਕ ਨਹੀਂ ਸਕਦਾ, ਪਹਿਲਾਂ ਤੂੰ ਆਪਦੀ ਪਛਾਣ ਲਕੋਈ ਗਿਆ। ਨਹੀਂ, ਤੈਨੂੰ ਭੁਲੇਖਾ ਪੈ ਗਿਆ ਬੱਚਾ, ਤੈਨੂੰ ਭੁਲੇਖਾ ਪੈ ਗਿਆ। ਐਦਾਂ ਦੀ ਕੋਈ ਗੱਲ ਨਹੀਂ, ਮੈਂ ਉਹ ਨਹੀਂਗਾ, ਮੈਂ ਤੁਹਾਡਾ ਪਾਪਾ ਨਹੀਂਗਾ, ਮੈਂ ਤੇਰਾ ਘਰ ਵਾਲਾ ਨਹੀਂਗਾ। ਪਰ ਜਦੋਂ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ, ਫਿਰ ਉਹਨੂੰ ਆਪਦੀ ਪਛਾਣ ਮੰਨਣੀ ਪਈ ਕਿ ਮੈਂ ਉਹੀ ਆ। ਫਿਰ ਸਾਰੇ ਆਂਢ ਗੁਆਂਢ ਨੇ ਵੀ ਰੌਲਾ ਪਾਇਆ। ਉਹ ਕਹਿੰਦੇ ਵੀ ਜੋ ਤੂੰ ਕਰਿਆ ਆ, ਪਰ ਮਿਹਨਤ ਵਾਲੀ ਗੱਲ ਆ ਵੀ ਹੁਣ ਤੂੰ ਆਪਦੇ ਘਰ ਦੇ ਵਿੱਚ ਰਹਿ, ਆਪਦੀਆਂ ਜ਼ਿੰਮੇਵਾਰੀਆਂ ਨਿਭਾ। ਉਹ ਕਹਿੰਦਾ ਨਾ ਜੀ, ਮੈਂ ਤਾਂ ਸਿਰਫ ਇਸ ਕਰਕੇ ਆਇਆ ਵੀ ਮੈਨੂੰ ਭੀਖ ਮਿਲ ਜੇ, ਮੈਨੂੰ ਖੈਰ ਪੈ ਜੇ ਤੇ ਮੈਂ ਵਾਪਸ ਜਾਵਾਂ, ਕਿਉਂਕਿ ਮੈਂ ਮੁਕਤੀ ਚਾਹੁੰਦਾ ਇਸ ਸੰਸਾਰਕ ਜੀਵਨ ਤੋਂ। ਤੇ ਮੈਨੂੰ ਮੇਰੇ ਜਿਹੜੇ ਆ ਮਹਾਂਪੁਰਸ਼, ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਤੈਨੂੰ ਮੁਕਤੀ ਤਾਂ ਮਿਲੂ ਜੇ ਤੇਰੀ ਵਹੁਟੀ ਕੌਲਾ ਪਾਊਗੀ ਤੈਨੂੰ ਦਾਣਿਆਂ ਦਾ, ਜਾਂ ਤੈਨੂੰ ਕੁਛ ਨਾ ਕੁਛ ਦੇਊਗੀ ਉੱਥੇ ਭੀਖ ਦੇ ਰੂਪ ਦੇ ਵਿੱਚ। ਐਦਾਂ ਦਾ ਰੌਲਾ ਪੈ ਗਿਆ।
ਟਾਣਾ ਸਾਹਿਬ ਤੁਸੀਂ ਏਦਾਂ ਕਹਾਣੀ ਸੁਣਾਈ ਜਿਵੇਂ ਉੱਥੇ ਤੁਸੀਂ ਖੜੇ ਸੀ। ਉਹ ਸਾਰੀ ਸਾਰਾ ਗੱਲ ਕੁਝ ਅੱਗੇ ਵੇਖ ਕੇ ਆਏ ਉਹਨੇ, ਅੱਖੀ ਡਿੱਠਾ ਹਾਲ ਪੂਰਾ ਸੁਣਾਇਆ ਤੁਸੀਂ, ਜਿਵੇਂ 20 ਨੰਬਰਾਂ ਦਾ ਆਨਸਰ ਆਇਆ ਹੁੰਦਾ ਉਦਾਂ ਸੁਣਾਇਆ, ਇੱਕੋ ਸਾਹ ਲੈ ਲਓ। ਅੱਛਾ ਹਾਂ, ਤੇ ਚੁੰਨੂ ਦੇ ਪਾਪਾ ਕੋਈ ਗੱਲ ਨਹੀਂ ਕਹਿੰਦੇ, ਮੰਨ ਜਾਣਗੇ, ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਪੂਰੇ ਪਿੰਡ ਦੇ ਵੱਲੋਂ। ਚੁੰਨੂ ਨਹੀਂ, ਜੀਟੂ। ਗੀਟੂ ਦੇ ਪਾਪਾ ਹੀ ਸਹੀ, ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਅੱਗੋਂ ਜਿੱਦ ਵੇਖੋ ਵੋਟੀ ਦੀ, ਉਹਨੇ ਭੀਖ ਨਹੀਂ ਪਾਈ ਤੇ ਠੀਕ ਹੈ ਨਾ, ਫਿਰ ਜੇ ਉਹ ਭੀਖ ਪਾ ਦੇਗੀ ਉਹ ਫਿਰ ਚਲਾ ਜਾਏਗਾ ਵਾਪਸ। ਤੇ ਉਹ ਹੁਣ ਕਿਹੜਾ ਆਇਆ? ਨਹੀਂ ਉਹ ਕਹਿੰਦਾ ਵੀ ਸਾਰੇ ਮਹੱਲੇ ਨੂੰ ਕਹਿ ਕੇ ਗਿਆ, ਕਹਿੰਦਾ ਵੀ ਮੈਂ ਆਪਣੇ ਸਾਥੀਆਂ ਨੂੰ ਮਿਲ ਕੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਫੇਰ ਆਉਂਗਾ ਜੀ। ਉਹ ਹੁਣ ਕਹਿੰਦੇ ਕਿ ਜਿਹੜੇ ਲਾਗਲੇ ਪਿੰਡ ਨੇ ਨਾ ਉੱਥੇ ਹੀ ਘੁੰਮ ਫਿਰ ਰਿਹਾ, ਕਿਉਂਕਿ ਇਹ ਪੱਕੀ ਗੱਲ ਆ ਕਿ ਉਹ ਜਿਹੜੀ ਸੰਸਥਾ ਦੇ ਨਾਲ ਜੁੜਿਆ ਉਹਦੇ ਅਕੋਰਡਿੰਗਲੀ, ਉਹਦੇ ਹਿਸਾਬ ਦੇ ਨਾਲ ਜਦ ਤੱਕ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਭੀਖ ਨਹੀਂ ਦਿੰਦੀ ਉਦੋਂ ਤੱਕ ਸਿੱਧੀ ਪ੍ਰਾਪਤ ਨਹੀਂ ਹੋਣੀ। ਉਹ ਇਸ ਜ਼ਿੱਦ ਤੇ ਆ ਕਿ ਮੈਂ ਭੀਖ ਲੈ ਕੇ ਜਾਣੀ ਆ। ਘਰ ਵਾਲੀ ਕਹਿੰਦੀ ਵੀ ਨਹੀਂ, ਅਸੀਂ ਤੈਨੂੰ ਵਾਪਸ ਘਰੇ ਲੈ ਕੇ ਆਉਣਾ ਹੈ। ਸੋ ਪੂਰਾ ਪਿੰਡ ਮਨਾਉਣ ਦੇ ਚੱਕਰਾਂ ਚ ਲੱਗਿਆ ਹੋਇਆ ਵੀ ਬੰਦਾ ਮੰਨ ਜੇ। ਤੇ ਸਾਡਾ ਕਹਿਣਾ ਇਹ ਆ ਵੀ ਜਿੱਦ ਨਾਲ ਮਸਲੇ ਵਿਗੜ ਜਾਂਦੇ ਆ ਜੀ, ਉਹਨੂੰ ਭੀਖ ਪਾ ਦੇਣੀ ਚਾਹੀਦੀ ਆ, ਤੇ ਜਾਂ ਇਹਨੂੰ ਮੰਨ ਲੈਣਾ ਚਾਹੀਦਾ। ਉਹ ਨਾ ਵੀ ਮੇਰਾ 22 ਸਾਲ ਦਾ ਤਪ ਆ, ਹੁਣ ਮੈਂ ਕੀ ਕਰਾਂ। ਨਹੀਂ ਤੇ ਘਰ ਵਾਲੀ ਵਿਚਾਰੀ ਕੀ ਕਰੇ? ਉਹ ਕਹਿੰਦਾ ਵੀ ਤੁਸੀਂ ਮੈਨੂੰ ਮਰਿਆ ਹੀ ਸਮਝੋ, ਤੁਸੀਂ ਤਾਂ ਸਮਝ ਹੀ ਲਿਆ ਸੀਗਾ। ਆ ਕੀ ਗੱਲ ਹੋਈ? ਉਹ ਵਿਚਾਰੀ ਨੇ ਅੱਜ ਤੱਕ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕੀਆਂ, ਬੱਚਿਆਂ ਨੂੰ ਪੜਾਇਆ ਲਿਖਾਇਆ, ਆਪਣੇ ਬਰਾਬਰ ਕੀਤਾ, ਉਹਨਾਂ ਨੂੰ ਵਿਚਾਰੀ ਨੇ ਕਿੰਨੀ ਤੰਗੀ ਹੰਢਾ ਕੇ ਵੀ ਚੰਗੀ ਰੋਟੀ ਦਿੱਤੀ। ਤੇ ਕੀ ਗੱਲ ਮਤਲਬ ਉਹਦੀ ਕੱਲੀ ਦਾ ਫਰਜ਼ ਸੀ ਵੀ ਉਹ ਬੱਚਿਆਂ ਨੂੰ ਪਾਲੇ? ਫਰਜ਼ ਉਹਦਾ ਕੱਲੀ ਦਾ ਨਹੀਂ, ਫਰਜ਼ ਬੰਦੇ ਦਾ ਬਰਾਬਰ ਦਾ ਹੈਗਾ। ਅੱਛਾ ਜੀ। ਪਰ ਜਦੋਂ ਉਹਨਾਂ ਮੈਂ 22 ਸਾਲ ਹੋ ਗਏ, ਹੁਣ ਮੈਂ ਨਾ ਸੰਸਾਰਕ ਗੱਲਾਂ ਤੋਂ ਬਾਹਰ ਹੀ ਹੋ ਗਿਆ। ਆਪਾਂ ਕਿੱਧਰਲੇ ਬੰਨੇ ਆ? ਨਹੀਂ ਮੈਂ ਤਾਂ ਵੈਸੇ ਗੱਲ ਇਹ ਕਰਦਾ ਵੀ ਪਹਿਲੀ ਗੱਲ ਤੋੜਨਾ ਚਾਹੁੰਦੇ ਉਹਨਾਂ ਦਾ, ਅੱਗੇ ਫੈਵੀਕੋਲ ਨਾਲ ਜੁੜਿਆ ਨਹੀਂ, ਆਈ ਮੀਨ ਟੂ ਸੇ ਕਿ ਜੇ ਵਿਚਾਰੀ ਨੂੰ ਉਮੀਦ ਜਾਗੀ ਹੈ, ਉਮੀਦ ਜਾਗੀ ਆ, ਉਹਦੀ ਉਮੀਦ ਦੇ ਉੱਤੇ ਖਰਾ ਉਤਰੇ ਬੰਦਾ। ਹਾਂ, ਪਰ ਜੇਕਰ ਉਹ ਮੰਨਦਾ ਹੀ ਨਹੀਂ, ਉਹ ਕਹਿੰਦਾ ਵੀ ਮੈਂ ਤਾਂ ਰਹਿਣਾ ਹੀ ਨਹੀਂ, ਤੇ ਫਿਰ ਤੁਸੀਂ ਸੰਗਲ ਕਿਵੇਂ ਪਾਲੋਗੇ ਇਹ ਦੱਸੋ? ਇਹ ਵੀ ਗੱਲ ਸਹੀ ਹੈ ਵੈਸੇ। ਜਦੋਂ ਬੰਦੇ ਦਾ ਮਨ ਹੀ ਫਿਰ ਗਿਆ ਤੇ ਫਿਰ ਤੁਸੀਂ ਉਹਨੂੰ ਧੱਕੇ ਨਾਲ ਰੱਖ ਨਹੀਂ ਸਕਦੇ। ਨਾਲੇ ਅਗਲੇ ਨੂੰ ਅੱਜ ਤੁਸੀਂ ਉਹ ਝੂਠੀ ਮੁੱਠੀ ਮੰਨ ਜਾਊਗਾ, ਕੱਲ ਨੂੰ ਫੇਰ ਤੁਸੀਂ ਹਾਂ ਕੀ ਕਰ ਲਓਗੇ? ਕੱਚ ਥੋੜੀ ਲਵਾ ਲਓਗੇ। ਹਾਂ, ਨਹੀਂ ਲਵਾ ਸਕਦੇ ਆ। ਹਾਂ, ਉਹ ਕਿਤੇ ਨਿਕਲ ਜੂ, ਕੋਈ ਪਤਾ ਥੋੜੀ ਲੱਗਦਾ ਅੱਜ ਕੱਲ। ਹਾਂ, ਕੋਈ ਗੱਲ ਨਹੀਂ, ਚਲੋ ਮਸਲਾ ਹੱਲ ਹੋਵੇ। ਇਸ ਤਾਂ ਇਹ ਚਾਹੁੰਦੇ ਆ ਬੰਦੇ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਹੀਂ ਫੇਰਨਾ ਚਾਹੀਦਾ। ਜ਼ਰੂਰ ਜ਼ਿੰਮੇਵਾਰੀਆਂ ਨਿਭਾਓ ਆਪਣੀਆਂ, ਤੇ ਜੇ ਕੋਈ ਗੱਲ ਇਦਾਂ ਦੀ ਹੈਗੀ ਆ ਵੀ ਮੈਂ ਸਾਧੂ ਬਣ ਜਾਣਾ, ਤੇ ਘਰਦਿਆਂ ਨੂੰ ਦੱਸ ਕੇ ਜਾਓ ਭਾਈ। ਵੀ ਹੁਣ ਭਰੋਸੇ 'ਚ ਲੈ ਕੇ ਜਾਓ ਵੀ ਭਾਈ ਮੈਂ ਇੰਨੇ ਚਿਰ ਬਾਅਦ ਫੋਨ ਕਰਿਆ ਕਰੂੰਗਾ ਤੇ ਮੈਂ ਘਰ ਦੀ ਜ਼ਿੰਮੇਵਾਰੀ ਸੰਭਾਲੂੰਗਾ ਜੀ। ਗੱਲ ਖਤਮ। ਬਿਲਕੁਲ ਸਹੀ। ਤੇ ਆਪਾਂ ਵੀ ਹੁਣ ਚੱਲੀਏ, ਆਪਾਂ ਚੱਲਦੇ ਆ। ਜਾਣਦਾ ਹੋ ਗਿਆ ਜੀ ਵੇਲਾ। ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ, ਫਿਰ ਤੁਹਾਡੇ ਸਾਰਿਆਂ ਦੇ ਨਾਲ ਮੁਲਾਕਾਤ ਹੋਏਗੀ ਜੀ। ਬਹੁਤ ਸਾਰੇ ਸੱਜਣ ਇਹ ਗੱਲ ਕਹਿੰਦੇ ਵੀ ਸਾਡੇ ਵਾਲੇ ਪਾਸੇ ਤਾਂ ਮੀਂਹ ਪਿਆ ਨਹੀਂ, ਤੁਹਾਡੇ ਕਿਵੇਂ ਪੈ ਗਿਆ? ਮੇਰੇ ਕਹਿਣੇ 'ਚ ਕੁਛ ਨਹੀਂਗਾ। ਮੇਰੇ ਕੋਲ ਐਡੀ ਲੰਮੀ ਡਾਂਗ ਆ ਵੀ ਮੈਂ ਬੱਦਲਾਂ 'ਚ ਮਾਰਦਾ ਮੀਂਹ ਪੈ ਜਾਂਦਾ। ਹੁਣ ਦੇਖੋ ਗੱਲ ਇਹ ਆ ਵੀ ਜੇਕਰ ਮੰਨ ਲਓ ਬਰਨਾਲੇ 'ਚ ਪੈ ਗਿਆ ਜਾਂ ਨਹੀਂ ਪੈ ਗਿਆ, ਹਾਂਜੀ, ਬਠਿੰਡੇ 'ਚ ਪੈ ਗਿਆ ਨਹੀਂ ਪੈ ਗਿਆ, ਫਿਰੋਜ਼ਪੁਰ ਦੇ ਵਿੱਚ ਪੈ ਗਿਆ ਨਹੀਂ ਪੈ ਗਿਆ, ਉਹਦੇ ਬਾਬਤ ਤਾਂ ਮੌਸਮ ਵਿਭਾਗ ਜੋ ਕਹੂਗਾ ਉਹੀ ਹੈ ਨਾ। ਹੁਣ ਮੈਨੂੰ ਇੱਕ ਸੱਜਣ ਕਹਿੰਦਾ ਲੈ ਸਾਡੇ ਤਾਂ ਪਿਆ ਨਹੀਂਗਾ, ਤੇ ਮੈਂ ਕਿਹਾ ਯਾਰ ਮੈਂ ਥੋੜੀ ਜਲੰਧਰ ਦੇ ਵਿੱਚ ਕਹਿ ਕੇ ਪਵਾਇਆ, ਜੇ ਮੇਰੇ ਕਹੇ ਪੈਂਦਾ ਹੋਵੇ ਮੈਂ ਤਾਂ ਉਹਨਾਂ ਥਾਵਾਂ ਤੇ ਸਾਰੀਆਂ ਤੇ ਪਵਾ ਰਿਹਾ ਜਿੱਥੇ ਸੋਕਾ ਪਿਆ। ਵਾਹ ਵਾਹ ਵਾਹ। ਮੈਂ ਉਹਨਾਂ ਥਾਵਾਂ ਤੇ ਕਦੇ ਨਾ ਪੈਣ ਦੇਵਾਂ ਜਿੱਥੇ ਡੋਬਾ ਪੈ ਰਿਹਾ। ਸੋ ਇਸ ਕਰਕੇ ਮੇਰੇ ਕਹਿਣੇ 'ਚ ਕੁਛ ਨਹੀਂਗਾ। ਮੇਰੇ ਕਹਿਣੇ ਦੇ ਵਿੱਚ ਤਾਂ ਕਈ ਵਾਰੀ ਮੇਰੇ ਨਾਲ ਦੇ ਕਲਾਕਾਰ ਨਹੀਂ ਹੁੰਦੇ, ਸਾਥੀ ਨਹੀਂ ਹੁੰਦੇਗੇ। ਤੁਹਾਡੀ ਗੱਲ ਨਹੀਂ ਕਰਦਾ, ਕਲਾਕਾਰ ਤਾਂ ਮੈਂ ਹੈ ਹੀ ਨਹੀਂ। ਮੈਂ ਫਿਰ ਉਹੀ ਗੱਲ ਕਹੀ ਨਾ। ਹਾਂ, ਮੈਂ ਸਮਝ ਗਈ ਸੀ ਵੀ ਮੇਰੀ ਗੱਲ ਨਹੀਂ ਹੋ ਰਹੀ ਇਹ। ਤੇ ਆਪਾਂ ਚੱਲੀਏ। ਤੇ ਅੱਜ ਕੱਲ ਕਲਾਕਾਰਾਂ ਦੇ ਕੋਲੇ ਕੱਲੀ ਕਾਰ ਆ, ਆਪਾਂ ਇਹ ਵੀ ਜਾਣਦੇ ਆ, ਪਰ ਜਿਹੜੇ ਚੰਗੇ ਆ ਉਹਨਾਂ ਨੂੰ ਸਲਾਮ ਆ। ਬਿਲਕੁਲ ਸਹੀ। ਸੋ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।